ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸੁਣੋ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸੋ ਕੋ ਅਟਲ ਗੁਰ ਸੇਵੀਆ, ਐਨਸ ਸਹਿਜ ਸਪਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਸੋਏ ਸਲੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੋ ਆਓ ਗੁਰਸਿੱਖ ਵੀਰ ਬਜ਼ੁਰਗ, ਮਾਈ ਭਾਈ ਅਤੀ ਵੱਡੇ ਭਾਗਾਂ ਵਾਲੇ ਹਨ। ਅੱਜ ਦਾ ਘੋਰ ਕਲਯੁਗ ਦਾ ਸਮਾਂ ਹੈ। ਘੋਰ ਜਿਹੜਾ ਕਲਯੁਗ ਹੈ, ਘੋਰ ਕਲਯੁਗ। ਇੱਕ ਵੇਰਾ ਬਾਬਾ ਜੀ, ਬਾਬਾ ਆਨੰਦ ਸਿੰਘ ਮਹਾਰਾਜ ਜੀ, ਬਾਬਾ ਈਸ਼ਰ ਹਜ਼ੂਰੀ ਸੇਵਾ ਸੀ। ਉਸ ਟਾਈਮ ਤੇ ਭੋਰੇ ਕੱਚੇ ਹੁੰਦੇ ਸੀ, ਕੱਚੇ ਭੋਰੇ। ਤੇ ਬਾਬਾ ਜੀ ਦੇਹਰਾਦੂਨ ਸੀ। ਉੱਥੇ ਜਿਹੜੇ ਜਾਨਵਰ ਸੀ ਨਾ, ਵੱਡੀਆਂ ਵੱਡੀਆਂ ਲੱਤਾਂ ਵਾਲੇ, ਤੇ ਪਾਣੀ ਚੋਂ ਨਿਕਲ ਕੇ ਭੋਰੇ 'ਚ ਆ ਜਾਂਦੇ ਸੀ। ਬਾਬਾ ਜੀ ਦੇ ਬਚਨਾਂ 'ਚ ਵੀ ਇਹ ਬਾਬਾ ਈਸ਼ਰ ਵੀ ਮੋਹਰ ਲਾਇਆ ਕਰਦੇ ਸੀ। ਤੇ ਬਾਬਾ ਜੀ ਕਹਿਣ ਲੱਗੇ ਬਾਬਾ ਈਸ਼ਰ ਮਹਾਰਾਜ ਨੂੰ ਵੀ ਇਹ ਜਾਨਵਰ ਨਾ ਖੜਕਾ ਕਰਦੇ ਆ, ਜੇ ਨਿਤਨੇਮ ਕਰੀਦਾ ਹੈ ਭੋਰੇ 'ਚ, ਤੇ ਇਸ ਕਰਕੇ ਇਹਨਾਂ ਨੂੰ ਨਾ ਕਿਤੇ ਦੂਰ ਜਗ੍ਹਾ ਦੇ ਵਿੱਚ, ਜੰਗਲ ਵਿੱਚ ਛੱਡਿਆਓ, ਜਿੱਥੇ ਕੋਈ ਇਹਨਾਂ ਦਾ ਆਹਾਰ ਹੋਵੇ ਖਾਣ ਪੀਣ ਨੂੰ। ਬਾਬਾ ਈਸ਼ਰ ਮਹਾਰਾਜ ਸਤਵਚਨ ਆਖੇ। ਇੱਕ ਦੋ ਬੇਗਮ ਹੋਰ ਨਾਲ ਲੈ ਲਏ ਸੇਵਾਦਾਰ, ਲੈ ਕੇ ਬਾਬਾ ਜੀ ਨੇ, ਬਾਬਾ ਜੀ ਅੰਦਰ ਚਲੇ ਗਏ, ਵੱਡੇ ਬਾਬਾ ਜੀ। ਬਾਬਾ ਈਸ਼ਰ ਮਹਾਰਾਜ ਨੇ ਇੱਕ ਪੀਪਾ ਲੈ ਲਿਆ, ਤੇ ਪੀਪੇ 'ਚ ਫੜ ਫੜ ਕੇ ਨਾ ਜਾਨਵਰ ਪਾਤੇ, ਉੱਤੋਂ ਢੱਕਣ ਬੰਦ ਕਰਤਾ। ਜੇ ਢੱਕਣ ਬੰਦ ਕੀਤਾ ਨਾ, ਆਪੋ ਵਿੱਚ ਹੀ ਵਿੱਚ ਪੀਪੇ ਦੇ ਲੜਨ, ਠੂੰਗੋ ਠੂੰਗੀ ਹੋਣ, ਤੇ ਪੀਪਾ ਹਿੱਲੇ। ਪੀਪਾ ਕਦੇ ਐਂ ਵੱਜੇ, ਕਦੇ ਐਂ ਵੱਜੇ, ਕਦੇ। ਇਹ ਸੀ ਬਾਬਾ ਲਗੇ ਜੀ, ਪੀਪੇ 'ਚ ਬੰਦ ਬਾਬਾ ਈਸ਼ਰ ਮਹਾਰਾਜ। ਬਾਬਾ ਜੀ ਕੋਲ ਸੋਟੀ ਸੀ। ਬਾਬਾ ਜੀ ਕਹਿੰਦੇ ਉੱਤੋਂ ਪੀਪਾ ਬੰਦ ਹੈ, ਉਹਦਾ ਪੀਪਾ ਸਾਹਮਣੇ ਪਿਆ ਸੀ ਜੀ। ਪਾਤਸ਼ਾਹ ਬੰਦ ਹੈ। ਅੱਛਾ, ਕੁੰਡਾ ਲੱਗਿਆ ਹੈ ਜੀ, ਕੁੰਡਾ ਲੱਗਿਆ ਹੈ। ਇਉਂ ਬਾਬਾ ਜੀ ਕਹਿੰਦੇ 4 ਚੁਫੇਰੇ ਬੰਦ ਹੈ। ਕਹਿਣ ਲੱਗੇ 4 ਚੁਫੇਰੇ ਬੰਦ ਹੈ। ਬਾਬਾ ਜੀ ਕਹਿੰਦੇ ਥੱਲਿਓ, ਕਹਿਣ ਲੱਗੇ ਥੱਲਿਓ ਵੀ ਬੰਦ ਹੈ। ਬਾਬਾ ਜੀ ਕਹਿਣ ਲੱਗੇ ਈਸ਼ਰ ਇਉਂ ਨਾਂ ਲੈਂਦੇ ਹੈ, ਸਮੱਤ ਬਖਸ਼ਦੇ ਹੈ, ਇਹ ਆਪਣੀ ਸਾਰੀ ਸੰਗਤ ਵਾਸਤੇ। ਉਹ ਭਰੇ ਦੁਆਨ 'ਚ ਵਚਨ ਬਾਬਾ ਈਸ਼ਰ ਮਾਰੇ ਕਰਦੇ ਸਨ। ਕਹਿੰਦੇ ਬਾਬਾ ਈਸ਼ਰ ਨੂੰ ਕਹਿਣ ਲੱਗੇ ਈਸ਼ਰ, ਇਹ ਤੈਨੂੰ ਇੱਕ ਨਕਸ਼ਾ ਵਿਖਾਇਆ, ਜਿਹੜਾ ਘੋਰ ਕਲਯੁਗ ਆ ਨਾ, ਕੁੰਭੀ ਨਰਕ ਹੈ, ਉਹ ਆਹ ਨਕਸ਼ਾ। ਜਿਹੜੇ ਤਕੜੇ ਜਾਨਵਰ ਨਾ, ਉਹਨਾਂ ਨੇ ਮਾੜਿਆਂ ਨੂੰ ਠੂੰਗੇ ਮਾਰ ਮਾਰ ਕੇ ਮਾਰ ਲੈਣਾ। ਉਹਨਾਂ ਦੀ ਜਾਨ ਬਹੁਤ ਔਖੀ ਨਿਕਲਣੀ, ਤੜਫ ਕੇ ਜਾਨ ਨਿਕਲਣੀ।
ਇਹ ਧਰਮਰਾਜ ਦੀ ਕਚਹਿਰੀ ਵਿੱਚ ਐਂ ਹੋ ਰਿਹਾ ਹੈ। ਬਾਬਾ ਜੀ ਕਹਿਣ ਸਾਡੇ ਅੱਖੀ ਵਰਤਮਾਨ ਹੈ, ਇਹ ਮੋਹਰ ਲਾਈ। ਬਾਬਾ ਜੀ ਸੋ ਕਹਿਣ ਲੱਗੇ ਅਸੀਂ ਸੋਚੀਏ ਐਂ ਹੁੰਦਾ ਹੈ। ਬਾਬਾ ਜੀ ਕਹਿੰਦੇ ਜਦੋਂ ਮਾੜੇ ਜਾਨਵਰ ਮਰ ਗਏ ਨਾ, ਉਹਨਾਂ ਦੇ ਮੁਸ਼ਕ ਦੇ ਨਾਲ ਤੇ ਵੱਡੇ ਜਾਨਵਰਾਂ ਨੇ ਵੀ ਇੱਕਦਮ ਨਹੀਂ ਮਰਨਾ। ਭੁੱਖਿਆਂ ਨੇ ਤੇ ਆਇਆਂ ਨੇ ਮੁਸ਼ਕ ਨੇ ਉਹਨਾਂ ਨੂੰ ਵੀ ਮਾਰ ਲੈਣਾ। ਬਾਬਾ ਜੀ ਕਹਿੰਦੇ ਇਹ ਘੋਰ ਕਾਲਜੁਗ ਕੁੰਭੀ ਨਰਕ ਵਿਖਾਇਆ ਹੈ। ਆਪਣੇ ਬਾਬਾ ਜੀ ਕਹਿੰਦੇ ਕੁੰਭੀ ਨਰਕ 4 ਚੁਫੇਰਿਓਂ ਭਾਈ ਬੰਦ ਹੈ। ਉੱਥੇ ਨਾ ਕੋਈ ਮਾਤ ਪਿਤਾ, ਜਿੱਥੇ ਨਾਮ ਨੇ ਸੁਹਾਈ ਹੋਣਾ, ਉਹ ਮੋਹਰ ਲਾਉਂਦੇ ਸਨ। ਇਹ ਗੁਰਮੁਖੋ ਕੁੰਭੀ ਨਰਕ ਹੈ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ। ਗੁਰੂ ਸਾਹਿਬ ਪ੍ਰਕਾਸ਼ ਹੈ, ਮਾਘ ਦਾ ਮਹੀਨਾ ਹੈ। ਬੇਗਮ ਗੁਰਮ ਪਿਆਰੇ ਰਾਗੀ ਸਿੰਘ ਕੀਰਤਨ ਕਰਦੇ ਹੈ, ਸੰਤ ਮੰਡਲੀ ਬੈਠੀ ਹੈ। ਇਸ ਕਰਕੇ ਰੱਬੀ ਬਾਣੀ ਬਾਬਾ ਜੀ ਦਾ ਮੋਹਰ ਲੱਗਿਆ ਬਚਨ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਤੇ ਗੁਰੂ ਨਾਨਕ ਦੀ ਵਡਿਆਈ ਹੋਵੇ ਤੇ ਗੁਰੂ ਨਾਨਕ ਦੀ ਮੱਤ ਹੋਵੇ, ਗੁਰੂ ਨਾਨਕ ਦੀ ਮਰਜ਼ਾਦਾ ਹੋਵੇ। ਤੇ ਬਾਬਾ ਜੀ ਬਚਨ ਕਰਦੇ ਸਨ ਭਾਈ ਉੱਥੇ ਗੁਰੂ ਨਾਨਕ ਦੀ ਮਿਹਰ ਬਦੋ ਬਦੀ ਚੱਲ ਕੇ ਆ ਜਾਂਦੀ ਹੈ। ਫਿਰ ਉਹ ਪੈਂਦੀ ਕਿਹਨਾਂ ਤੇ ਹੈ? ਜਿਹੜੇ ਸਤਿਕਾਰ ਦੇ ਨਾਲ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ ਬਹਿ ਜਾਂਦੇ ਹੈ, ਉਹਨਾਂ ਦਾ ਮਿਹਰ ਪੈ ਜਾਂਦੀ, ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਮੋਹਰ ਲੱਗੀ ਹੈ ਪਾਤਸ਼ਾਹ ਦੀ। ਇਸ ਕਰਕੇ ਘੜੀਆ ਸ਼ਬਦ ਹੁਣ ਬੈਠੇ ਸਾਰੇ ਆਪਾਂ ਸ਼ਬਦ ਨੂੰ ਘੜ ਰਹੇ ਹਾਂ। ਘੜਨ ਦਾ ਮਤਲਬ ਹੈ ਜਪ ਰਹੇ ਹਾਂ। ਸਾਰਿਆਂ ਦਾ ਯਾਦ ਵਿੱਚ ਬੈਠੇ ਆਪਾਂ ਸਾਰੇ। ਘੜੀਆ ਸ਼ਬਦ ਸੱਚੀ ਸੱਚੇ ਥਾਂ ਬੈਠੇ, ਸੱਚੇ ਪਾਤਸ਼ਾਹ ਕੋਲ ਟਿਕਿਆ ਹੋਇਆ ਆਪਣਾ। ਵੀ ਘਰਾਂ ਤੋਂ ਚੱਲ ਕੇ ਬਾਬਾ ਜੀ ਕੋਲੇ ਆਏ ਆ, ਚਲੋ ਭੁਗਤਣ ਆਏ ਆ ਜੇ ਕਿਵੇਂ ਆਏ, ਪਰ ਟਿਕਿਆ ਹੋਇਆ। ਟਕਸਾਲ ਇੱਕ ਸਾਰ ਬੈਠੇ ਆ, ਟਕਸਾਲ। ਇਹ ਟਕਸਾਲ ਇਹਨੂੰ ਤਾਂ ਆਖਿਆ, ਟਿਕੇ ਬੈਠੇ ਆ ਆਪਾਂ। ਸ਼ਬਦ ਚੱਲ ਰਿਹਾ ਵੀ ਗੁਰੂ ਸਾਹਿਬ ਪ੍ਰਕਾਸ਼ ਹੈ, ਸਾਹਮਣੇ ਸੋਹਣੇ ਸਰੂਪ ਹੈ। ਰੱਬੀ ਬਾਣੀ ਕੀਰਤਨ ਹੋ ਰਿਹਾ ਹੈ, ਹੁਕਮਨਾਮਾ ਸਰਵਣ ਕੀਤਾ ਆਪਾਂ। ਇਹ ਤੇ ਦੂਜੀ ਸਿਆਸਤ ਦੀ, ਪਾਰਟੀ ਦੀ, ਮਾਇਆ ਦੀ ਕੋਈ ਗੱਲ ਨਹੀਂ, ਗੱਲ ਗੁਰੂ ਨਾਨਕ ਦੀ ਹੈ। ਇਹਨੂੰ ਕਹਿੰਦੇ ਘੜੀਆ ਸ਼ਬਦ। ਸ਼ਬਦ ਚੱਲ ਰਿਹਾ ਸਾਰਿਆਂ ਦਾ, ਜਿਹਦਾ ਨਹੀਂ ਚੱਲਣਾ ਉਹਨਾਂ ਦਾ ਵੀ ਚੱਲ ਰਿਹਾ ਹੈ। ਘੜੀਆ ਸ਼ਬਦ ਸੱਚੀ ਟਕਸਾਲ। ਕਿਤੇ ਕਿਤੇ ਬਾਬਾ ਜੀ ਮੋਹਰ ਲਾਉਂਦੇ ਸਨ। ਐਂ ਆ ਜਾਣਾ ਤੇ ਬੇਗਮਾਂ ਨੇ ਕੀਰਤਨ ਕਰਨਾ, ਸੰਗਤਾਂ ਨੇ ਜੁੜ ਕੇ ਬੋਲਣਾ, ਨਾਲ ਬੋਲਿਆ ਕਰੋ। ਬਾਬਾ ਜੀ ਨੇ ਕਹਿੰਦੇ ਸਾਧ ਸੰਗਤ ਇਹ ਸਾਉਣ ਦੀ ਝੜੀ ਹੈ, ਇਉਂ ਬਚਨ ਕਰਨਾ। ਸਾਉਣ ਦਾ ਮੀਂਹ ਪੈ ਰਿਹਾ। ਬਾਬਾ ਜੀ ਕਹਿੰਦੇ ਜਿਹੜੇ ਉੱਚੇ ਦਰਖਤ ਹਨ ਉਹਨਾਂ ਨੂੰ ਸਾਲ ਸਾਲ ਪਾਣੀ ਨਹੀਂ ਜਾਂਦਾ। ਸਾਉਣ ਦੇ ਮਹੀਨੇ ਵਿੱਚ ਬਾਬਾ ਜੀ ਕਹਿੰਦੇ ਟਿੱਬਿਆਂ ਤੇ ਦਰਖਤਾਂ ਨੂੰ ਵੀ ਪਾਣੀ ਜਾ ਵੜਦਾ ਹੈ। ਜਿਹੜੇ ਬੰਦਿਆਂ ਨੇ ਕਦੇ ਵੀ 1 ਸਾਲ ਨਾਮ ਨਹੀਂ ਜਪਿਆ, ਵਾਹਿਗੁਰੂ ਮੁਖ ਤੋਂ ਨਹੀਂ ਕਿਹਾ, ਬਾਬਾ ਜੀ ਕਹਿੰਦੇ ਉਹਨਾਂ ਨੂੰ ਵੀ ਨਾਮ ਦੀ ਤ੍ਰਿਪਤ ਹੋ ਜਾਂਦੀ, ਸਲਾਹ ਹੋ ਜਾਂਦੀ ਨਾਮ ਦੀ। ਇਉਂ ਬਚਨ ਕਰਦੇ ਬਾਬਾ ਜੀ ਕਹਿੰਦੇ ਇਹ ਸਾਉਣ ਦੀ ਝੜੀ ਹੈ। ਕੀਰਤਨ ਨੂੰ ਬਾਬਾ ਜੀ ਬਚਨ ਕਰਦੇ ਸਨ। ਮੇਘੇ ਨੂੰ ਫਰਮਾਨ ਹੋਇਆ, ਬਸ ਉਹ ਕਿਰਪਾ ਧਾਰ। ਇਹ ਕਿਰਪਾ ਹੋ ਰਹੀ ਆਪਣੇ ਸਾਰਿਆਂ 'ਤੇ। ਇਸ ਕਰ ਅਨੇਕਾਂ ਦਵਾਈਆਂ, ਅਨੇਕਾਂ ਵਹਿਮ ਭਰਮ, ਬਹੁਤ ਬੁਰਾ ਹਾਲ। ਕਾਇ ਕਹਿੰਦੇ 10,000 ਰੁਪਈਆ ਮੰਗਦਾ ਪੰਡਤ, ਕਹਿੰਦੇ ਤੁਹਾਡਾ ਘਰ ਕੀਲ ਦੂੰ, ਤੁਹਾਡੇ ਚੀਜ਼ਾਂ ਸਭ ਕੱਢ ਦੂੰ। ਇਹ ਕੱਲ੍ਹ ਗੁਰਮ ਪਿਆਰੇ ਆਏ ਸੀ, ਕਹਿੰਦੇ 3 ਵਾਰੀ 10,000 ਰੁਪਈਆ ਦਿੱਤਾ, ਮਈਆਂ ਮਰਨੋਂ ਨਹੀਂ ਹਟੀਆਂ, ਪਸ਼ੂ। ਬਹੁਤ ਬੁਰਾ ਹਾਲ ਹੈ। ਕਹਿੰਦੇ ਪੈਸੇ ਬਹੁਤ ਲੱਗ ਗਏ, 3 ਘਰਾਂ ਦੇ 40-40 ਰੁਪਈਏ ਲੱਗ ਗਿਆ, ਪਰ ਫਰਕ ਨਹੀਂ ਪਿਆ। ਇਸ ਕਰਕੇ ਸਾਧ ਸੰਗਤ ਕਹਿੰਦੇ ਹੁਣ ਇੱਥੇ ਆਈਦਾ, ਮਾਲੇ ਜਾਈਦਾ, ਕਹਿੰਦੇ ਕੋਈ ਬਾਲ ਬਿੰਗਾ ਨਹੀਂ ਹੋਇਆ। ਠੀਕ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਇਹ ਵੀ ਉਹਦੀ ਮਿਹਰ ਦਾ ਨਾਲ, ਮਿਹਰ ਦਾ ਕਰਕੇ ਮੂੰਹ ਬੰਦੇ ਦਾ ਇੱਧਰ ਹੁੰਦਾ, ਜੇ ਉਹਦੀ ਕਿਰਪਾ ਹੋਵੇ ਤਾਂ। ਇਸ ਕਰਕੇ ਸਤਿਗੁਰੂ ਮਹਾਰਾਜ ਮੋਹਰ ਲਾਉਂਦੇ ਆ।
ਜਿਨ ਕੋ ਨਦਰ ਕਰਮ, ਗੁਰੂ ਨਾਨਕ ਦੀ ਨਜ਼ਰ ਪੈ ਰਹੀ ਆਪਣੇ ਤੇ, ਗੁਰੂ ਸਾਹਿਬ ਬੈਠੇ ਤੇ ਆਪਣੇ ਕੀ ਹੋਏ ਨਜ਼ਰਾਂ ਦੇ ਨਾਲ ਕਰਮ ਬਣ ਰਹੇ ਆ। ਜਿਨ ਕੋ ਨਦਰ, ਜਿਹਦੇ ਤੇ ਪੈ ਰਹੀ ਨਜ਼ਰ ਗੁਰੂ ਸਾਹਿਬ ਦੀ, ਜਿਨ ਕੋ ਨਜ਼ਰ ਕਰਮ ਤਿਨ ਕਾਰ, ਕਾਰ ਨਾ ਕੀਤਾ। ਸਭ ਤੋਂ ਵਧੀਆ ਕਿੱਤਾ ਇਹੀ ਹੈ, ਆਹ ਜਿੱਥੇ ਤੁਸੀਂ ਬੈਠੇ ਹੈ। ਜਿਨ ਕੋ ਨਜ਼ਰ ਕਰਮ ਤਿਨ ਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਇੱਥੋਂ ਆਸਾ ਹੋ ਕੇ ਆਇਆ, ਨਾਰਾਜ਼ ਹੋ ਕੇ ਨਹੀਂ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਘਰ ਹੈ। ਸਾਰੀਆਂ ਪਾਤਸ਼ਾਹੀਆਂ ਕੋਲੇ ਕੋਈ ਨਾ ਕੋਈ ਬੰਦਾ ਆਇਆ, ਉਹਨੇ ਬੇਨਤੀ ਕੀਤੀ ਇਤਿਹਾਸ ਵਿੱਚ, ਜਿਵੇਂ ਗੁਰੂ ਅਰਜਨ ਸਾਹਿਬ ਕੋਲੇ ਆਏ ਕਾਬਲ ਕੰਧਾਰ ਤੋਂ। ਉਹਨਾਂ ਨੇ ਆਖਿਆ ਜੀ ਸਾਡੇ ਪਿੰਡ ਵਿੱਚ ਕੋਹੜ ਦੀ ਬਿਮਾਰੀ ਪੈ ਗਈ ਹੈ ਤੇ 9 ਬੰਦੇ ਰੋਜ਼ ਦੇ ਮਰਦੇ ਆ ਤੇ ਡਾਕਟਰ ਵੈਦ ਵੀ ਭੱਜ ਗਏ ਆ, ਕੋਈ ਮਰ ਗਏ ਆ ਤੇ ਤੁਹਾਡੀ ਓਟ ਲਈ ਤੁਸੀਂ ਚੱਲੋ। ਗੁਰੂ ਅਰਜਨ ਸਾਹਿਬ ਕਹਿੰਦੇ ਪਾਤਸ਼ਾਹ ਅਸੀਂ ਜਾ ਨਹੀਂ ਸਕਦੇ। ਗੁਰੂ ਜੀ ਕਹਿੰਦੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਹਾਂ। ਇਉਂ ਆਖਿਆ ਅਸੀਂ ਜਾ ਨਹੀਂ ਸਕਦੇ, ਸੁਖਮਨੀ ਦੀ ਬਾਣੀ ਉਚਾਰਨ ਕਰ ਰਹੇ ਹਾਂ। ਕਹਿੰਦੇ ਜੀ ਕਾਬਲ ਕੰਧਾਰ ਤੋਂ ਆਏ ਪਾਕਿਸਤਾਨ ਚੋਂ, ਆਵੇ ਆਸਾ, ਇਉਂ ਆਖਿਆ ਜਾਵੇ ਨਿਰਾਸਾ। ਹੁਣ ਫਿਰ ਆਸ ਕਿੱਥੋਂ ਪੂਰੀ ਹੋਊ? ਇਹੀ ਘਰ ਹੈ ਤੁਹਾਡਾ, ਗੁਰੂ ਨਾਨਕ ਦੀ ਗੱਦੀ। ਅਸੀਂ ਆਸਾਬੰਦ ਹੋ ਕੇ ਆਏ ਹਾਂ, ਹੁਣ ਨਾਰਾਜ਼ ਹੋ ਕੇ ਜਾਈਏ? ਗੁਰੂ ਜੀ ਕਹਿੰਦੇ ਨਾਰਾਜ਼ ਨਾ ਹੋਵੋ। ਆ ਵੇਖੋ ਗੁਰੂ ਅਰਜਨ ਸਾਹਿਬ ਕਹਿੰਦੀ ਨਾਰਾਜ਼ ਨਾ ਹੋਵੋ। ਗੁਰੂ ਸਾਹਿਬ ਕੀ ਫਰਮਾਉਂਦੇ? ਗੁਰੂ ਜੀ ਕਹਿੰਦੇ 5 7 10 ਦਿਨ ਰਹੋ। ਗੁਰੂ ਜੀ ਕਹਿੰਦੇ 16 ਅਸ਼ਟਪਦੀਆਂ ਚਾਰਨ ਕਰਤੀਆਂ, 24 ਕਰਨੀਆਂ, 8 ਰਹਿੰਦੀਆਂ। ਜਦੋਂ 8 ਅਸ਼ਟਪਦੀਆਂ ਉਚਾਰਨ ਹੋ ਗਈਆਂ ਤੁਹਾਨੂੰ ਪੋਥੀ ਦੇਵਾਂਗੇ ਸੁਖਮਨੀ ਸਾਹਿਬ ਦੀ। ਜਦੋਂ ਸੁਖਮਨੀ ਸਾਹਿਬ ਦਾ ਪਾਠ ਹੋਣ ਲੱਗ ਜੂ ਤੁਹਾਡੇ ਪਿੰਡ ਦੀ ਸਾਰੀ ਬਿਮਾਰੀ ਦਾ ਮਾਂਜਾ ਵਾਜੂ, ਕੋਹੜ ਦਾ ਨਾਸ ਹੋ ਜੂ। ਉਹਨਾਂ ਨੇ ਆਖਿਆ ਜੀ 8 ਦਿਨ 9 ਬੰਦੇ ਰੋਜ਼ ਦੇ ਮਰਦੇ ਆ, ਸਾਡਾ ਪਿੰਡ ਵਿਹਲਾ ਹੋ ਰਿਹਾ। ਗੁਰੂ ਜੀ ਕਹਿਣ ਲੱਗੇ ਮੈਂ ਆ ਵੇਖੋ ਗੁਰੂ ਸਾਹਿਬ ਕਹਿੰਦੇ ਮੈਂ ਗੁਰੂ ਨਾਨਕ ਦੀ ਗੁਰਗੱਦੀ ਤੇ ਮਾਣ ਕਰਕੇ ਕਹਿੰਦਾ। ਗੁਰੂ ਸਾਹਿਬ ਹੀ ਬੋਲਦੇ ਆਪ ਹੀ, ਆਪਣਾ ਰੋਗ ਦੂਰ ਕਰਨ ਵਾਸਤੇ ਮੈਂ ਨਹੀਂ ਬੋਲਦਾ। ਇਉਂ ਆਖਿਆ ਮੈਂ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਮਾਣ ਕਰਕੇ ਕਹਿੰਦੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਕੋਹੜ ਦੇ ਨਾਲ ਕੋਈ ਸਰੀਰ ਨਹੀਂ ਛੱਡੂਗਾ, ਅੱਜ ਤੋਂ ਬਾਅਦ ਮਰੂਗਾ ਨਹੀਂ। ਜਿਨ੍ਹਾਂ ਨੂੰ ਕੋਹੜ ਹੋ ਗਿਆ ਉਹਨਾਂ ਦੀ ਦਵਾਈ ਤੁਸੀਂ ਲੈ ਕੇ ਜਾਓ। ਗੁਰੂ ਜੀ ਕਹਿੰਦੇ ਜੇ ਆਸਾਬੰਦ ਹੋ ਕੇ ਆਏ ਆ ਗੁਰੂ ਨਾਨਕ ਦਾ ਘਰ, ਨਾਰਾਜ਼ ਹੋ ਕੇ ਨਾ ਜਾਇਓ। ਆਸਾਬੰਦ ਤਾਂ ਫਿਰ ਆਸ ਲੈ ਕੇ ਜਾਇਓ, ਫਿਕਰ ਨਾ ਕਰੋ। ਉਹਨਾਂ ਨੂੰ ਆਖਿਆ, ਉਹ ਫਿਰ ਰਹੇ, ਨਾਲੇ ਮਰਜ਼ਾਦਾ ਰਹਿਣੀ ਬਹਿਣੀ, ਕਥਾ ਕੀਰਤਨ ਸੁਣਦੇ ਰਹੇ। ਇੱਥੇ ਕਈ ਗੁਰੂ ਪਿਆਰੇ ਆਉਂਦੇ ਆ, ਸੇਵਾ ਕਰਦੇ ਆ। ਭੋਰੇ 'ਚ ਰੋਜ਼ ਸ਼ਾਮ ਨੂੰ ਕੀਰਤਨ ਹੁੰਦਾ, ਸੁਬਾਹ ਹੁੰਦਾ, ਗੁਰੂ ਸਾਹਿਬ ਰਾਜਮਾਨ ਹੁੰਦੇ ਆ, ਪ੍ਰਕਾਸ਼ ਹੁੰਦੇ ਆ, ਹੁਕਮਨਾਮਾ ਲਿਆ ਜਾਂਦਾ। ਫਿਰ ਉਧਰ ਇੱਧਰ ਦਰਸ਼ਨ ਕਰਦੇ ਆ। ਫਿਰ ਬੇਗਮਾਂ ਵੱਲ ਵੇਖਦੇ ਆ ਵੀ 11 ਵਜੇ ਤਾਈਂ ਇਹ ਨਾਮ ਜਪਦੇ ਆ। ਭੈ ਆ, ਭਾਵਨਾ ਹੈ, ਭਰੋਸਾ ਹੈ। ਸ਼ੇਰ ਦੇ ਗੇਟ, ਸ਼ੇਰਾਂ ਵਾਲੇ ਗੇਟ ਤੋਂ ਬਾਹਰ ਨਹੀਂ ਜਾਣਾ, ਹੁਕਮ ਵਿੱਚ ਰਹਿਣਾ। ਫਿਰ ਉਹ ਬਾਹਰ ਜਾ ਕੇ ਮਰਜ਼ਾਦਾ ਨੂੰ ਬਾਬਾ ਜੀ ਨੂੰ ਪ੍ਰਗਟ ਕਰਦੀ ਹੈ। ਇਸ ਕਰਕੇ ਸਾਧ ਸੰਗਤ ਜਿੱਥੇ ਮਰਜ਼ਾਦਾ ਹੀ ਹੈ ਨਹੀਂ ਤੇ ਉੱਥੇ ਫਿਰ ਹੈ ਵੀ ਕੀ। ਜਿੱਥੇ ਉਹਦੀ ਮਰਜ਼ਾਦਾ ਹੈ, ਉਹਦੀ ਪੂਜਾ ਹੈ, ਉਹਦਾ ਨਾਮ ਜਪੀ ਦਾ, ਉਹਦੀ ਵਡਿਆਈ ਆ, ਉਹਨੇ ਉੱਥੇ ਜ਼ਰੂਰ ਆ ਜਾਣਾ ਹੈ। ਉਹਨੇ ਆਪੇ ਚੱਲ ਕੇ ਆ ਜਾਣਾ ਹੈ। ਇਸ ਕਰਕੇ ਮੋਹਰ ਲਾਈ, ਆਪਾਂ ਆਸਾਬੰਦ ਹੋ ਕੇ ਆਏ ਸਾਰੇ, ਭਾਗਾਂ ਵਾਲੇ ਆ। ਬਾਬਾ ਜੀ ਮੇਰਾ ਅੱਜ ਢੈਪੀ ਸਾਹਿਬ ਪੂਰਨਮਾਸ਼ੀ ਹੈ, ਉਹ ਤੋਂ ਵੀ ਬਾਬਾ ਜੀ ਫੋਨ ਕਰਦੇ ਆ ਵੀ ਬਹੁਤ ਚਿਰ ਹੋ ਗਿਆ ਆਇਆਂ ਨੂੰ ਤੇ ਤੁਸੀਂ ਜ਼ਰੂਰ ਆਓ, ਹਾਲ ਭਰਿਆ ਪਿਆ। ਅਸੀਂ ਹੱਸਦਿਆਂ ਨੇ ਆਖਿਆ ਮੈਂ ਸਾਡਾ ਵੀ ਹਾਲ ਭਰਿਆ ਪਿਆ, ਤੇਰਾ ਵੀ ਹਾਲ ਭਰਿਆ ਪਿਆ, ਹਾਲ ਭਰਿਆ ਪਿਆ। ਫਿਰ ਕਹਿੰਦੇ ਕਿਵੇਂ ਕਰੀਏ? ਮੈਂ ਇਹਦੀ ਸਤਪਾਲ ਹੋਣੀ ਬੇਗਮ ਭੇਜੇ ਵੇ ਰਾਤ ਦੇ। ਕਹਿੰਦੇ ਬੇਗਮ ਤਾਂ ਭੇਜੇ, ਤੁਸੀਂ ਆਓ ਜਾਂ ਗਰਵਾਸ ਜੀ ਨੂੰ ਭੇਜੋ। ਮੈਂ ਰਾਤ ਦੀ ਫੇਰ ਪੂਰਨਮਾਸ਼ੀ ਖੰਨੇ ਰਾਮ ਜਿਨ੍ਹਾਂ ਦੀਆਂ ਮੰਨੇ।
ਤੇ ਇਸ ਕਰਕੇ ਸਾਧ ਸੰਗਤ ਬਾਬਾ ਜੀ ਦੀ ਮਿਹਰ ਹੈ। ਮੈਂ ਇੱਥੋਂ ਛੱਡ ਕੇ ਵੀ ਜਾਣਾ ਔਖਾ, ਠੰਡ ਦੀ ਰੁੱਤ ਆ, ਬੜੇ ਮਰੀਜ਼ ਆਏ ਵੀ ਆ, ਮਰੀਜ਼। ਤੇ ਦਾਸ ਨੇ ਆਖਿਆ, ਮੈਂ ਆਖਿਆ ਜਦ ਤੁਸੀਂ ਵੀਰਵਾਰ ਨੂੰ ਸੰਗਤਾਂ ਦਾ ਦਿਨ ਦੇ ਦਿਓ ਵੀ ਬਾਬਾ ਜੀ ਵੀਰਵਾਰ ਨੂੰ ਜ਼ਰੂਰ ਆਉਣਗੇ, ਤੇ ਜਿੰਨੇ ਮਰੀਜ਼ ਹੋਏ ਜੇ ਕੋਈ ਹੈਗੇ ਤਾਂ ਇੱਥੇ ਹੀ ਭੇਜ ਦਿਓ, ਅਸੀਂ ਇੱਥੇ ਭੁਗਤਾ ਦਿੰਦੇ ਹਾਂ। ਕੋਈ ਬੇਰਾਮੀ ਹੈ, ਇਸ ਕਰਕੇ ਇੱਥੇ ਹੀ ਬਾਬਾ ਜੀ ਕਿਰਪਾ ਕਰ ਦੇਣਗੇ। ਤੇ ਸ਼ਾਮ ਨੂੰ ਗੁਰਬਾਸ਼ਵਣੀ ਵੀ ਨਾਲੇ ਸੰਗਤ ਭੁਗਤਾ ਦੇਣਗੇ। ਹੁਣ ਜਾ ਵੜਨਗੇ ਥੋੜ੍ਹਾ ਚਿਰ ਨੂੰ, ਤੇ ਨਾਲੇ ਫਿਰ ਖੰਨੇ ਜਾ ਵੜਨਗੇ, ਦੀਵਾਨ ਲਾ ਦੇਣਗੇ ਉੱਥੇ। ਖੰਨੇ ਦੀ ਪੂਰਨਮਾਸ਼ੀ ਮਨਾ ਕੇ ਰਾਤ ਨੂੰ ਫਿਰ ਵਾਪਸ ਆ ਜਾਣਗੇ। ਅੰਮ੍ਰਿਤ ਵੇਲੇ ਫਿਰ ਕਥਾ। ਇਹ ਕਿਰਪਾ ਹੀ ਆ ਬਾਬਾ ਜੀ ਦੀ। ਉਹ ਮਨਾ ਉਦਮ ਕਰ, ਉਦਮ ਦੇ ਨਾਲ ਹੀ ਹੈ। ਭੈੜੇ ਕੰਮ ਦਾ ਆਲਸਾਪੀ ਹੋ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਸਮਾਂ ਮਿਲਿਆ ਹੈ। ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਨਿਰੰਕਾਰ। ਆਪਾਂ ਨੂੰ ਸਮਾਂ ਮਿਲਿਆ, ਤਕੜੇ ਹੋਵੋ, ਉਦਮ ਦੇ ਨਾਲ ਸੇਵਾ ਕਰੋ, ਸਿਮਰਨ ਕਰੋ। ਹੁਣ ਸਰੀਰ ਦਿੱਤਾ, ਜਦੋਂ ਉਮਰ ਢਲ ਜਾਂਦੀ ਨਾ ਤਾਂ ਬਹੁਤ ਔਖਾ ਹੋ ਜਾਂਦਾ, ਬਿਰਧ ਔਖਾ ਹੋ ਜਾਂਦਾ। ਉਹਨੂੰ ਦੋ ਬੰਦੇ, ਇੱਕ ਬੰਦਾ ਸਾਂਭਣ ਨੂੰ ਚਾਹੀਦਾ ਹੈ। ਕਲਯੁਗ ਦਾ ਸਮਾਂ ਹਰੇਕ ਆਖੇ ਵੀ ਨਹੀਂ ਲੱਗਦਾ ਇੱਕ ਦੂਜੇ ਦੇ। ਫਿਰ ਇਸ ਕਰਕੇ ਹੁਣ ਸਮਾਂ ਮਿਲਿਆ ਆਪਾਂ ਸਾਰਿਆਂ ਨੂੰ, ਤੇ ਸਰੀਰ ਦਾ ਵੀ ਸੰਭਾਲ ਕਰੋ, ਜਲ ਪਾਣੀ ਵੀ ਛਕੋ, ਪਰ ਨਾਮ ਵੀ ਤਕੜੇ ਹੋ ਕੇ ਜਪੋ। ਹੁਣ ਲਾਹਾ ਹੈ, ਹੁਣ ਭੰਡਾਰਾ ਭਰਨ ਦਾ ਸਮਾਂ ਹੈ। ਜਿਨ ਜਿਨ ਨਾਮ ਧਿਆਇਆ ਤਨਕੇ ਉਹਨਾਂ ਦੇ ਕਾਜ ਸਰਗੇ। ਜਿਨ੍ਹਾਂ ਨੇ ਸੇਵਾ ਤੇ ਸਿਮਰਨ ਦੋ ਖੰਭ ਹੈ, ਨਾਨਕ ਫਰੇ। ਗੁਰੂ ਜੀ ਨੇ ਆਖਿਆ ਦੋ ਫਰ, ਇੱਕ ਸੇਵਾ ਤੇ ਸਿਮਰਨ। ਤਕੜੇ ਹੋ ਕੇ ਫਿਰ ਜਾਨਵਰ ਡਾਰੀ ਮਾਰਦਾ, ਦੋ ਫਰਾਂ ਨਾਲ ਡਾਰੀ ਮਾਰਦਾ। ਗੁਰੂ ਸਾਹਿਬ ਨੇ ਵੇਖੋ, ਗੁਰੂ ਰਾਮਦਾਸ ਜੀ ਨੇ ਨਿਉ ਰੱਖੀ ਵਿਸਾਖ ਵਿੱਚ ਦਰਬਾਰ ਸਾਹਿਬ ਦੀ, ਤੇ ਵਚਨ ਕਰਤਾ, ਮਿਸਤਰੀ ਸਿੰਘੋ ਦਿਨ ਰਾਤ ਕਰੋ, ਛੇਤੀ ਕਰੋ, ਮਾਘ ਦੇ ਮਹੀਨੇ ਤਾਈਂ ਤੇ ਇਸ ਦੀ ਚੱਠ ਕਰਨੀ ਆ। ਦਰਬਾਰ ਸਾਹਿਬ ਵਿੱਚ ਕਥਾ ਕੀਰਤਨ ਸ਼ੁਰੂ ਕਰਨਾ, ਸ਼ੁਰੂ ਕਰਨਾ। ਕੁਝ ਦਿਨ ਲੱਗੇ, ਹਾੜੀ ਦੀ ਰੁੱਤ ਸੀ, ਸੰਗਤਾਂ ਜਾਣ ਲੱਗ ਗਈਆਂ। ਕਣਕ ਆ 6 ਮਹੀਨਿਆਂ ਦੀ ਸਾਲ ਦੀ। ਤੇ ਉਸ ਟਾਈਮ ਤੇ ਗੁਰੂ ਸਾਹਿਬ ਕਹਿੰਦੇ ਸੇਵਾ ਕਿਵੇਂ ਚੱਲਦੀ ਹੈ? ਕਹਿੰਦੇ ਜੀ ਮਜ਼ਦੂਰ ਸੇਵਾਦਾਰ ਘੱਟ ਹੈ, ਘੱਟ ਹੈ। ਗੁਰੂ ਸਾਹਿਬ ਕਹਿੰਦੇ ਚਿੱਠੀਆਂ ਪਾ ਦਿਓ, ਇਹ ਇਮਤਿਹਾਨ ਹੁੰਦਾ। ਗੁਰੂ ਨੂੰ ਕੋਈ ਲੋੜ ਨਹੀਂ ਚਿੱਠੀਆਂ ਦੀ, ਸਾਡੇ ਵਾਸਤੇ ਇਮਤਿਹਾਨ ਹੈ। ਮਹਾਂਪੁਰਖਾਂ ਨੂੰ ਕੋਈ ਲੋੜ ਨਹੀਂ ਫੋਨ ਕਰਨ ਦੀ, ਇਹ ਤਾਂ ਜੀਵ ਵਾਸਤੇ ਹੀ ਹੈ। ਇਸ ਕਰਕੇ ਸਾਧ ਸੰਗਤ ਚਿੱਠੀਆਂ ਪਾਤੀਆਂ ਸਾਰੇ ਸਹੀ ਵੀ ਸ੍ਰੀ ਅੰਮ੍ਰਿਤਸਰ ਕਾਰ ਸੇਵਾ ਚੱਲ ਰਹੀ ਹੈ, ਵੱਧ ਤੋਂ ਵੱਧ ਚੜ੍ਹ ਕੇ ਆ ਕੇ ਸੇਵਾ ਕਰੋ, ਲਾਹਾ ਲਓ। ਚਿੱਠੀ 'ਤੇ ਲਿਖਦਾ ਉਹਦਾ ਜਨ ਮਨ ਕੱਟਿਆ ਜਾਵੇਗਾ। ਸੇਵਾ ਕਰਕੇ ਮੂੰਹੋਂ ਮੰਗੀਆਂ ਮੁਰਾਦਾਂ ਮਿਲਣਗੀਆਂ। ਕੌਣ ਲਿਖਦਾ ਵੀ ਜਨ ਮਨ ਕੱਟਿਆ ਜਾਵੇਗਾ? ਕੌਣ ਲਿਖਦਾ ਮੂੰਹੋਂ ਮੰਗੀਆਂ ਮੁਰਾਦਾਂ? ਉਹ ਆਪ ਖਜ਼ਾਨੇ ਦਾ ਮਾਲਕ। ਜਾਂਦੇ ਜਾਂਦੇ ਬਠਿੰਡੇ ਚਲੇ ਗਏ, ਦੋ ਗੁਰੂ ਪਿਆਰੀ, ਉੱਥੇ ਡੇਰਾ ਸੀ ਮਹਾਂਪੁਰਸ਼ਾਂ ਦਾ। ਉੱਥੇ ਫਿਰ ਸੰਗਤ ਬੈਠੀ ਸੀ। ਮਹਾਂਪੁਰਸ਼ਾਂ ਨੂੰ ਕਿਹਾ, ਅਦਾਸੀ ਸੰਤ ਮਹਾਂਪੁਰਸ਼ ਸੀਗੇ ਬਾਬਾ ਸ੍ਰੀ ਚੰਦ ਦੀ ਗੱਦੀ ਦੇ। ਉਹਨਾਂ ਨੇ ਭਾਈ ਸੰਗਤਾਂ ਨੂੰ ਆਖਿਆ ਵੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਵਚਨ ਹੈ ਵੀ ਜਾਓ। ਸਾਰੇ ਕਹਿੰਦੇ ਬਾਬਾ ਜੀ ਜਾਵਾਂਗੇ, ਪਰ ਹਾੜੀ ਦਾ ਕੰਮ ਕਰਕੇ ਖੇਤੀ ਦਾ ਉਦੋਂ ਬਾਅਦ ਜਾਏ ਜਾਓ। ਉੱਥੇ ਬੈਠੇ ਚੌਧਰੀ ਇੱਕ ਬਾਬਾ ਆਦਮ। ਬਾਬਾ ਆਦਮ ਤੁਸੀਂ ਜਾਵੜੋ, ਤੁਸੀਂ ਤਾਂ ਖੇਤੀ ਨਹੀਂ ਕਰਦੇ, ਪੈਲੀ ਤੁਹਾਡੀ ਦਿੱਤੀ ਵੀ ਅੱਧ ਤੇ। ਇਸ ਕਰਕੇ ਫਿਰ ਬਾਲਾ ਘਾਲ ਵੀ ਨਹੀਂ, ਤੁਹਾਡੇ ਬੱਚਾ ਵੀ ਨਹੀਂ ਹੈ। ਖਬਰਾਂ ਕਿਰਪਾ ਹੋ ਜੇ ਅਕਾਲ ਪੁਰਖ ਦੀ। ਬਾਬਾ ਆਦਮ ਨੇ ਬਚਨ ਮੰਨਣਾ ਬਹੁਤ ਔਖਾ ਹੈ, ਉਹਦੀ ਕਿਰਪਾ ਤੋਂ ਬਿਨਾਂ ਮੰਨਿਆ ਨਹੀਂ ਜਾਂਦਾ। ਬਚਨ ਮੰਨਿਆ ਉਹਨਾਂ ਨੇ। ਉਹ ਕਹਿੰਦੇ ਵੀ ਅਸੀਂ ਜਾ ਵੜਦੇ ਹਾਂ। ਜਦੋਂ ਘਰੇ ਗਏ, ਘਰ ਵਾਲੇ ਨੂੰ ਕਹਿੰਦੇ ਅਸੀਂ ਜਾ ਰਹੇ ਹਾਂ ਸ੍ਰੀ ਅੰਮ੍ਰਿਤਸਰ। ਉਹ ਕਹਿੰਦੀ ਪਤੀ ਮੈਂ ਇਕੱਲੀ ਨਹੀਂ ਰਹਿਣਾ। ਜਦੋਂ ਖੇਤੋਂ ਆਉਂਦੇ ਆ ਲੋਕ ਘੁੰਡ ਕੱਢ ਲੈਂਦੇ ਆ, ਉਤਰੇ ਨਖੱਤਰੇ ਆਉਂਦੇ ਆ। ਕੋਠੇ 'ਤੇ ਚੜ੍ਹਦੇ ਆ ਤਾਂ ਲੋਕ ਘੁੰਡ ਕੱਢ ਲੈਂਦੇ ਆ। ਇਸ ਕਰਕੇ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਹਾਂ।
ਸੇਵਾ ਮੰਗਦੀ ਹੈ। ਗੁਰੂ ਜੀ ਨੇ ਆਖਿਆ ਬਾਬਾ ਆਦਮ ਕੀ ਸੇਵਾ ਕਰੋਗੇ? ਆ ਵੇਖੋ ਕੀ ਕਹਿੰਦੇ। ਕਹਿੰਦੇ ਜਦੋਂ ਆ ਹੀ ਗਏ ਜੀ ਫਿਰ ਜਿਹੜਾ ਤੁਹਾਡਾ ਹੁਕਮ ਹੈ ਸਿਰ ਮੱਥੇ ਤੇ ਹੈ, ਜੋ ਸੇਵਾ ਮਰਜ਼ੀ ਲਾ ਦਿਓ। ਹਜ਼ੂਰ ਕਹਿਣ ਲੱਗੇ ਲੰਗਰ ਵਾਲਿਆਂ ਨੂੰ, ਪ੍ਰਬੰਧਕਾਂ ਨੂੰ, ਵੀ ਦੱਸੋ ਭਾਈ ਕੀ ਸੇਵਾ ਕਰਾਉਣੀ ਹੈ, ਕੀ ਸੇਵਾ? ਉਹ ਕਹਿੰਦੇ ਜੀ ਛਕਣ ਛਕਾਉਣ ਵਾਲੇ ਬਹੁਤ ਹੈ, ਵੀ ਲੱਕੜਾਂ ਲਿਆਉਣ ਵਾਲੇ ਬਹੁਤ ਥੋੜ੍ਹੇ ਹੈ। ਇਉਂ ਆਖਿਆ। ਲੈ ਬਾਬਾ ਆਦਮ ਲੱਕੜਾਂ ਲਿਆਉਣੀਆਂ। ਬਾਬਾ ਆਦਮ ਨੂੰ ਚਾਅ ਚੜ੍ਹ, ਕਈਆਂ ਨੂੰ ਚਾਅ ਛੱਡ ਜਾਂਦਾ ਸੇਵਾ ਦਾ, ਖੁਸ਼ੀ ਬਹੁਤ ਹੋ ਜਾਂਦੀ ਹੈ ਸੇਵਾ ਦੀ, ਵੀ ਮਹਾਂਪੁਰਖਾਂ ਨੇ ਵਚਨ ਕੀਤਾ, ਰੱਬ ਨੇ ਵਚਨ ਕਰਤਾ, ਧੰਨ ਭਾਗ ਹੈ। ਸੇਵਾ ਕੀਤੀ। ਜਿਉਂ ਲੱਕੜਾਂ ਲਿਆਉਣ ਲੱਗੇ, ਦਿਨੇ ਲੱਕੜਾਂ ਲਿਆਉਣੀਆਂ, ਸੁਬਾਹ ਝਾੜੂ ਮਾਰਨਾ, ਸ਼ਾਮ ਨੂੰ ਕੀਰਤਨ ਵਿੱਚ ਬੈਠਣਾ, ਨਿਤਾ ਪ੍ਰਤੀ ਇਹ ਨਿਯਮ ਬਣ ਗਿਆ। ਬਣਾਇਆ ਕਰੋ ਆਪਾਂ ਵੀ। ਸਮਾਂ ਪਿਆ ਦੋਨੇ ਜੀ। ਹੁਣ ਮਾਤਾ ਉਹ ਕੀ ਕਰਦੀ ਹੈ? ਉਹ ਭਾਂਡੇ ਮਾਂਜਦੀ ਹੈ, ਲੰਗਰ ਵਿੱਚ ਪ੍ਰਸ਼ਾਦਾ ਵਰਤਾਉਂਦੀ ਹੈ। ਦੋਨੇ ਸੇਵਾ ਕਰਨ ਲੱਗ ਗਏ। ਇੰਨੀ ਸੇਵਾ ਗੂੜੀ ਬਹੁਤ ਜ਼ਿਆਦਾ, ਵਿਸਾਖ ਤੋਂ ਲਾ ਕੇ ਸੇਵਾ ਕਰਦੇ ਰਹੇ। ਸਮਾਂ ਆ ਗਿਆ ਤੇ ਗੁਰਮੁਖੋ ਲੱਕੜਾਂ ਇੰਨੀਆਂ ਵਾਧੂ ਹੋ ਗਈਆਂ ਤੇ ਢੇਰ ਲਾਤੇ, ਲੱਕੜਾਂ ਦੇ ਢੇਰ ਹੀ ਲਾਤੇ ਬਹੁਤ ਦੂਰ ਤੱਕ ਲਿਆ ਲਿਆ ਕੇ। ਉਹ ਭਾਵਨਾ ਵਾਲੇ ਬਹੁਤ ਤਕੜੇ ਹੁੰਦੇ ਆ। ਮਾਇਆ ਦੀ ਗੱਲ ਨਹੀਂ ਹੁੰਦੀ, ਭਾਵਨਾ ਦੀ ਗੱਲ ਹੁੰਦੀ ਹੈ। ਪਹਿਲਾਂ ਗਰੀਬ ਹੀ ਹੋਵੇ, ਭਾਵਨਾ ਹੋਵੇ, ਉਹ ਤਕੜਾ ਮੰਨਿਆ ਜਾਂਦਾ, ਉਹ ਬਲਵਾਨ ਮੰਨਿਆ ਜਾਂਦਾ। ਇਸ ਕਰਕੇ ਸਾਧ ਸੰਗਤ ਉੱਥੇ ਸਮਾਂ ਪਿਆ। ਮਾਘ ਦਾ ਮਹੀਨਾ, ਅੱਜ ਕੱਲ੍ਹ ਦੀ ਰੁੱਤ ਆ ਗਈ, ਦਰਬਾਰ ਸਾਹਿਬ ਬਣ ਗਿਆ। ਸਤਿਗੁਰਾਂ ਨੇ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ। ਜਦੋਂ ਕੀਰਤਨ ਕੀਤਾ ਇੰਦਰ ਦੇਵਤਾ ਵੀ ਆ ਗਿਆ, ਨਾਲੇ ਪੌਣ ਦੇਵਤਾ ਆ ਗਏ। ਠੰਡ, ਮਾੜਾ ਮਾੜਾ ਮੀਂਹ, ਲੋਕ ਗੱਡਿਆਂ 'ਤੇ ਆਏ, ਕੋਈ ਕਿਵੇਂ ਆਇਆ, ਤੁਰ ਕੇ ਆਏ, ਬੱਗੀਆਂ ਘੋੜੀਆਂ 'ਤੇ। ਅੱਗੋਂ ਰੌਲਾ ਪਵੇ, ਇਕੱਠ ਵੀ ਬਹੁਤ ਜ਼ਿਆਦਾ, ਪਰ ਸਾਸਨ ਚੱਲੋ ਚੱਲੀ ਦਾ ਮੇਲਾ ਬਣ ਗਿਆ। ਸਤਿਗੁਰੂ ਰਾਮਦਾਸ ਪਾਤਸ਼ਾਹ ਉੱਠੇ, ਉੱਠ ਕੇ ਕਹਿੰਦੇ ਬਾਬਾ ਜੀ ਐਂ ਸੰਗਤਾਂ ਦੇ ਪੁੰਨ ਨਹੀਂ ਬਣਨੇ। ਆਪਾਂ ਤਾਂ ਪੁੰਨ ਬਣਨ ਵਾਸਤੇ ਸੰਗਤਾਂ ਨੂੰ ਇਹ ਦਰਬਾਰ ਬਣਾਇਆ। ਇਉਂ ਆ ਕੇ ਸੰਗਤਾਂ ਵਾਸਤੇ ਪੁੰਨ ਬਣਨਗੇ, ਜਿਨ੍ਹਾਂ 'ਚ ਟਿਕ ਕੇ ਨਹੀਂ ਵਹਿੰਦੇ। ਬੈਠਿਆਂ ਤੇ ਪੁੰਨ ਬਣ ਰਹੇ ਹੁਣ ਆਪਣੇ ਸਾਰਿਆਂ ਦੇ। ਤੇ ਕੀ ਆਖਿਆ? ਬਾਬਾ ਜੀ ਇਹਨਾਂ ਨੂੰ ਬਿਠਾਓ। ਬਾਬਾ ਬੁੱਢਾ ਜੀ ਨੂੰ ਆਖਿਆ। ਬਾਬਾ ਜੀ ਨੇ ਫਿਰ ਬਾਬੇ ਆਦਮ ਦੀ ਡਿਊਟੀ ਲਾ ਦਿੱਤੀ। ਆਪ ਵੀ ਬਾਬੇ ਆਦਮ ਨੇ ਹੱਥ ਜੋੜੇ, ਸੰਗਤਾਂ ਨੂੰ ਆਖਿਆ ਬੈਠੂ। ਸੰਗਤਾਂ ਕਹਿੰਦੀਆਂ ਬਾਬਾ ਜੀ ਬੈਠੀਏ ਕੀ? ਗੁਰੂ ਸਾਹਿਬ ਨੂੰ ਬੇਨਤੀ ਕਰੋ ਮੀਂਹ ਬੰਦ ਕਰ ਦੇਣਾ, ਮਿੰਨੀ ਮਿੰਨੀ ਕਣੀ ਪੈਂਦੀ, ਹਵਾ ਬੰਦ ਕਰ ਦੇਣ ਗੁਰੂ ਸਾਹਿਬ। ਇਉਂ ਆਖਿਆ। ਤੇ ਬਾਬੇ ਆਦਮ ਨੇ ਸੋਚਿਆ ਵੀ ਹੁਣ ਕਿਵੇਂ ਕਰੀਏ? ਗੁਰੂ ਸਾਹਿਬ ਨੂੰ ਤਾਂ ਕੀ ਕਹਿਣਾ, ਉਹ ਤਾਂ ਅੰਤਰਜਾਮੀ ਹੈ, ਸਭ ਇਹ ਜਾਣ ਦਾ ਇਮਤਿਹਾਨ ਕਰ ਰਹੇ ਆ। ਬਾਬੇ ਆਦਮ ਨੇ ਸੂਖਮ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ। ਫੁਰਨਾ ਬਣ ਗਿਆ, ਸ਼ਕਤੀ ਵਰਤ ਗਈ। ਬਾਬੇ ਆਦਮ ਦੀ ਸੋਚ ਬਦਲ ਗਈ। ਬਾਬੇ ਆਦਮ ਨੇ ਆਖਿਆ ਮਨਾ, ਲੱਕੜਾਂ ਤਾਂ ਫਿਰ ਵੀ ਆ ਜਾਣਗੀਆਂ, ਇੰਨੀਆਂ ਪਈਆਂ ਲੱਕੜਾਂ। ਸਰੋਵਰ 5-7 ਕਿੱਲਿਆਂ 'ਤੇ ਸਰੋਵਰ ਹੈ, ਪਾਣੀ, ਤੇ ਸਰੋਵਰ ਦੇ ਉੱਤੇ ਪਰਿਕਰਮਾ 'ਤੇ ਧੂਣੀਆਂ ਲਾਤੀਆਂ ਲੱਕੜਾਂ। ਸੰਗਤਾਂ ਘੇਰਾ ਵਲ ਕੇ ਬਹਿ ਗਈਆਂ। ਕੁਝ ਕੁ ਮੀਂਹ ਹਟਿਆ, ਪਰ ਠੰਡ, ਅੱਗ ਜਦੋਂ ਸੇਕੀ। ਬਾਬਾ ਆਦਮ ਨੰਗੇ ਪੈਰੀ ਲੰਗਰ ਵਿੱਚੋਂ ਪੁੱਛੇ ਬੱਚਾ ਕਿਉਂ ਰੋਂਦਾ? ਜੇ ਭੁੱਖ ਲੱਗੀ ਹੈ ਉੱਥੇ ਹੀ ਪ੍ਰਸ਼ਾਦਾ ਲਿਆਵੇ, ਉੱਥੇ ਦੁੱਧ ਲਿਆਵੇ। ਬਾਬਾ ਆਦਮ ਸਾਰੀ ਰਾਤ ਨਹੀਂ ਟਿਕਿਆ। ਸੰਗਤ ਬਹਿ ਗਈ ਟਿਕ ਕੇ ਬਹਿ ਗਈ ਸੰਗਤ। ਜੇ ਸੁਬਾਹ ਦਾ ਟਾਈਮ ਹੋਇਆ ਨਾ, ਸੁਬਾਹ ਭੋਗ ਪੈ ਗਿਆ, ਸਮਾਪਤੀ ਹੋ ਗਈ। ਸਤਿਗੁਰ ਕੋਠਾ ਸਾਹਿਬ ਦੇ ਮੂਹਰੇ ਪੱਥਰ ਪਿਆ ਸੀ, ਉੱਥੇ ਗੋਲ ਹਜ਼ੂਰ ਦਾ ਆਸਣ ਲਾਇਆ ਗਿਆ। ਉੱਥੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ 6 ਫੁੱਟ ਰੱਬ ਧਰਤੀ 'ਤੇ ਆ ਕੇ ਖੜ੍ਹ ਗਿਆ।
ਹਜੂਰ ਪਾਤਸ਼ਾਹ ਚਿੱਟਾ ਗੋਲ ਦਸਤਾਰਾ, ਪੀਲਾ ਚੋਲਾ ਸੱਚੇ ਪਾਤਸ਼ਾਹ ਦੇ ਉੱਤੇ ਕੰਬਲੀ, ਚਿੱਟਾ ਪਰਨਾ ਹਜੂਰ ਪਾਤਸ਼ਾਹ ਦੇ, ਹੱਥ 'ਚ ਮਾਲਾ ਗੁਰੂ ਰਾਮਦਾਸ ਪਾਤਸ਼ਾਹ। ਸੰਗਤਾਂ ਘੇਰੇ 'ਚ ਖੜ ਗਈਆਂ। ਗੁਰੂ ਜੀ ਕਹਿੰਦੇ ਸਾਧ ਸੰਗਤ ਤੁਸੀਂ ਰਾਤ ਬਹੁਤ ਖੇਚਲ ਕੀਤੀ, ਬਹੁਤ ਸੰਗਤ ਭਾਗਾਂ ਵਾਲੀ ਹੈ। ਵਰ ਦਿੰਦੇ ਗੁਰੂ ਸਾਹਿਬ। ਗੁਰੂ ਸਾਹਿਬ ਕਹਿੰਦੇ ਜਿਹੜਾ ਤੁਸੀਂ ਗੰਗਾ ਤੇ ਜਾ ਕੇ 12 ਸਾਲ ਜਲ ਧਾਰਾ ਕਰਨਾ ਸੀ, ਗੁਰੂ ਜੀ ਕਹਿੰਦੇ ਅਸੀਂ ਵਰ ਦਿੰਦੇ ਹਾਂ ਵੀ ਇੱਕ ਰਾਤ ਵਿੱਚ ਤੁਹਾਡਾ 12 ਸਾਲਾਂ ਦਾ ਫਲ ਮਿਲ ਗਿਆ। ਤੁਹਾਨੂੰ 12 ਸਾਲਾਂ ਦਾ ਫਲ ਇੱਕ ਰਾਤ ਵਿੱਚ ਅਸੀਂ ਤੁਹਾਨੂੰ ਦਿੱਤਾ। ਸੰਗਤਾਂ ਕੀ ਬੋਲੀਆਂ? ਸੰਗਤਾਂ ਕਹਿੰਦੀਆਂ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਵਰ ਮਿਲ ਰਹੇ ਨੇ, ਤੁਹਾਡਾ ਇੱਥੇ ਇੱਕ ਸਿੱਖ ਹੈ ਬਾਬਾ ਬਜ਼ੁਰਗ, ਇਹ ਉਹਦੀ ਕਿਰਪਾ ਨਾਲ ਮਿਲ ਰਹੀ ਹੈ। ਅਸੀਂ ਤਾਂ ਗੱਡਿਆਂ 'ਤੇ ਸਮਾਨ ਲੱਦ ਲਿਆ ਸੀ, ਚੱਲੋ ਚੱਲੀ ਦਾ ਮੇਲਾ ਕਰ ਲਿਆ ਸੀ ਜੀ। ਪਤਾ ਨਹੀਂ ਕਾਹਦਾ ਬਣਿਆ, ਪਤਾ ਨਹੀਂ ਕਿੰਨੀ ਕਿਰਪਾ। ਉਹ ਨਹੀਂ ਟਿਕਿਆ। ਇੰਨੀਆਂ ਲੱਕੜਾਂ ਜਲ ਪਾਣੀ ਲਿਆਉਂਦਾ ਰਿਹਾ, ਇੱਥੇ ਹੀ ਟਿਕਿਆ ਹੀ ਨਹੀਂ ਗਾ, ਛਰਨਾਟਾ ਫਿਰ ਗਿਆ। ਧੰਨ ਧੰਨ ਗੁਰੂ ਰਾਮਦਾਸ ਕਹਿੰਦੇ ਬਾਬਾ ਜੀ ਕਿਹੜਾ ਆਪਣੇ ਇੱਥੇ ਦਰਬਾਰ ਵਿੱਚ ਜਿਹੜੀ ਸਾਰੀ ਸੰਗਤ ਸਿਫਾਰਿਸ਼ ਕਰਦੀ ਆ, ਵੇਖੋ ਸ਼ਿਕਾਇਤ ਨਹੀਂ ਬਾਹਲੀ ਲਾਉਣੀ ਚਾਹੀਦੀ ਕਿਸੇ ਦੀ, ਸਿਫਾਰਿਸ਼ ਕਰ ਦੇਣੀ ਚਾਹੀਦੀ ਜੀ ਇਹਨੂੰ ਬਖਸ਼ ਲਓ, ਬਖਸ਼ ਲਓ ਜੀ, ਇਹਨੂੰ ਟੁੱਟਿਆ ਇਹਨੂੰ ਜੋੜ ਲਓ, ਇਉਂ ਬਹੁਤ ਚੰਗੀ ਗੱਲ ਹੈ। ਤੇ ਕੀ ਆਖਿਆ ਬਾਬਾ ਬੁੱਢਾ ਜੀ? ਕਹਿੰਦੇ ਜੀ ਉਹ ਬਠਿੰਡੇ ਵੱਲੋਂ ਬਾਬਾ ਆਦਮ ਆਇਆ ਵਿਸਾਖ ਦਾ, ਮਾਘ ਦਾ ਮਹੀਨਾ ਹੋ ਗਿਆ, 11 ਮਹੀਨੇ ਹੋ ਗਏ ਉਹਨੂੰ ਸੇਵਾ ਕਰਦੇ ਨੂੰ। ਇਸ ਕਰਕੇ ਉਹ ਬਾਬੇ ਆਦਮ ਦੀ ਰਾਤ ਦੀ ਕਾਰ ਸੇਵਾ, ਬਿਨਸਾ ਮੋਹ ਮੇਰਾ ਔਰ ਤੇਰਾ, ਬਿਨਸਾ ਆਪਣੀ ਤਾਰੀ, ਸੰਤੋ ਇਹੋ ਬਤਾਵੋ ਕਾਰੀ। ਖਾਰੀ ਨਾ ਕੀਤਾ, ਤੁਸੀਂ ਵੀ ਸੇਵਾ ਮੰਗਿਆ ਕਰੋ ਬਾਬਾ ਜੀ, ਸੰਤੋ ਇਹੋ ਬਤਾਵੋ ਕਾਰੀ, ਮੈਨੂੰ ਕੋਈ ਸੇਵਾ ਬਖਸ਼ੋ, ਕਿਰਪਾ ਕਰੋ, ਮੈਂ ਵੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਲਾ। ਸੰਤੋ ਇਹੋ ਬਤਾਵੋ ਕਾਰੀ, ਜਿਤ ਹਉਮਾ ਗਰਭ ਨ ਮਾਰੀ। ਮੈਨੂੰ ਹਉਮਾ ਦਾ ਰੋਗ ਹੈ, ਹਉਮਾ ਮੇਰੀ ਪੇਸ਼ ਨਹੀਂ ਜਾਣ ਦਿੰਦੀ, ਮੈਨੂੰ ਸੇਵਾ ਵਾਲੇ ਪਾਸੇ ਲੱਗਣ ਨਹੀਂ ਦਿੰਦੀ। ਹਉਮਾ ਰੋਗ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ। ਤੇ ਬਾਬਾ ਬੁੱਢਾ ਜੀ ਨੇ ਆਖਿਆ ਜੀ ਇਹ ਉਸ ਦੀ ਕਾਰ ਸੇਵਾ ਰਾਤ ਦੀ। ਸਤਿਗੁਰੂ ਕਹਿਣ ਲੱਗੇ ਐਂ ਕਰੋ ਬਾਬਾ ਬੁੱਢਾ ਜੀ, ਇਹਨਾਂ ਸੰਗਤਾਂ ਨੂੰ ਪ੍ਰਸ਼ਾਦ ਫੇਰ ਦਿੱਤਾ ਜਾਊਗਾ। ਪਹਿਲਾਂ ਬਾਬੇ ਆਦਮ ਦਾ ਸਾਡਾ ਜੀ ਕਰਦਾ ਛੇਤੀ ਲਿਆਓ, ਅਸੀਂ ਉਹਦੇ ਦਰਸ਼ਨ ਕਰਨੇ ਆ। ਗੁਰੂ ਸਾਹਿਬ ਫਰਮਾਉਂਦੇ ਆ ਜਾਓ ਲੈ ਕੇ ਆਓ। ਬਾਬਾ ਬੁੱਢਾ ਜੀ ਨੇ ਸੋਚਿਆ ਵੀ ਰਾਤ ਦਾ ਜਾਗਦਾ ਸੀ, ਹੁਣੇ ਵਚਨ ਪੱਲੇ ਬੰਨੋ, ਕੋਈ ਵਾਲੀ ਵੱਡੀ ਗੱਲ ਨਹੀਂ। ਜੇ 2 ਘੰਟੇ ਰੌਲ ਲਾ ਦੇ ਫਿਰ ਕੀ ਹੋ ਗਿਆ? ਹੈ ਤਾਂ ਸੌਖਾ, ਹਸਪਤਾਲ ਨਾਲੋਂ ਬਹੁਤ ਔਖਾ। ਟੀਕੇ ਹੈ, ਗੋਲੀਆਂ ਹੈ, ਸੂਈਆਂ ਲੱਗਦੀਆਂ, ਬੁਰਾ ਹਾਲ, ਦਵਾਈਆਂ ਲੱਗਦੀਆਂ, ਮਰਨ ਹੋਇਆ ਪਿਆ ਲੋਕਾਂ ਦਾ। ਹਸਪਤਾਲ ਭਰੇ ਪਏ, ਇੱਕ ਦੂਜੇ ਨੂੰ ਵੇਖ ਕੇ ਜਾਨ ਨਿਕਲਦੀ ਹੈ। ਜੇ 2 ਘੰਟੇ ਰੌਲ 4 ਘੰਟੇ ਲੈ ਦਾਂਗੇ ਬੈਠੇ, ਫਿਰ ਕੀ ਕਰ ਦਾਂਗੇ? ਕੀ ਹੋ ਜੂ? ਖਬਰਾਂ ਦਰਗਾਹ 'ਚ ਕਿੰਨੇ ਪੁੰਨ ਬਣ ਜਾਣੇ ਆਪਣੇ। ਜੇ ਅੱਧਾ ਘੰਟਾ ਵੱਧ ਲਾ ਦਾਂਗੇ ਫਿਰ ਕੀ ਹੋ ਜੂ? ਫਿਰ ਮਿਹਰ ਹੋ ਜੂ। ਮਿਹਰ ਹੀ ਮਿਹਰ ਹੈ। ਜੇ 6 ਘੰਟੇ ਲਾ ਦੇ ਤਾਂ ਵੀ ਕੁਛ ਨਹੀਂ ਹੁੰਦਾ, ਕੁਛ ਹੁੰਦਾ ਨਹੀਂ ਗਾ। ਇਸ ਕਰਕੇ ਕਰਮਾਂ ਨਾਲ ਸਮਾਂ ਮਿਲਿਆ ਹੋਇਆ ਹੈ। ਅਸੀਂ ਉੱਤੇ ਖੰਨੇ ਦੀਵਾਨ ਸੀ, ਗਿਆਨੀ ਜੀ ਫੌਜੀ ਨਾਲ ਸੀ, ਤੇ ਐਂ ਠੰਡ ਦਾ ਰੁੱਤ ਸੀ, ਠੰਡ ਦੀ। ਤੇ ਜਿਹੜਾ ਪੁਲ ਹੈ ਨਾ ਦਰਾਹੀ ਵਾਲਾ, ਉੱਥੋਂ ਲੰਘਦੇ ਸੀ। ਉੱਥੇ 15-20 ਬੰਦੇ ਨਾ ਟਾਰਚਾਂ ਬੈਟਰੀਆਂ ਲੈ ਕੇ ਤੇ ਪਾਣੀ ਵੱਲ ਵੇਖੀ ਜਾਂਦੇ ਸੀ। ਇੱਕ ਗੁਰਮ ਪਿਆਰਾ ਉੱਥੇ ਅੱਗੇ ਆਉਂਦਾ ਸੀ, ਇੱਥੇ ਟਹਿ ਵੀ ਆਉਂਦਾ, ਭੱਜ ਕੇ ਆਇਆ। ਅਸੀਂ ਸ਼ੀਸ਼ਾ ਖੋਲ੍ਹਿਆ, ਮੈਂ ਪੁੱਛਿਆ ਕੀ ਗੱਲ ਹੈ? ਕਹਿੰਦੇ ਪਿੱਛੇ ਨਾ ਰਿਸ਼ਤੇਦਾਰ ਸਾਡਾ ਸ਼ਰਾਬ ਪੀਤੀ ਸੀ ਤੇ ਉਹਨੇ ਛਾਲ ਮਾਰੀ ਤੇ ਨੀਲੋ ਦੇ ਖਰ ਪੁਲ ਤੇ ਉਹ ਉਹਨਾਂ ਥਿਆਉਂਦਾ ਨਹੀਂ ਗਾ, ਉਹਦਾ ਕਰਕੇ ਖੜੇ ਆ। ਅਸੀਂ ਮਾੜੇ ਜਿਹੇ ਚਲੋ ਸ਼ੀਸ਼ਾ ਬੰਦ ਕਰ ਲਿਆ, ਗੱਡੀ ਤੋਰ ਲਈ। ਗਿਆਨੀ ਜੀ ਕਹਿਣ ਲੱਗੇ ਪਾਸ਼ਾ ਤੁਹਾਨੂੰ ਪਤਾ ਕਿੱਥੇ ਆਓ? ਮੈਂ ਗਿਆਨੀ ਪਤਾ ਤਾਂ ਹੈਗਾ,
ਮੈਂ ਜਿੱਥੇ ਉਹਨੇ ਛਾਲ ਮਾਰੀ ਨਾ ਉੱਥੇ ਹੀ ਪਿਆ ਉਹ ਇੱਥੇ। ਕਹਿੰਦੇ ਜੀ ਇਹਨਾਂ ਵਿਚਾਰਿਆਂ ਨੂੰ ਦੱਸ ਦਈਏ। ਗਿਆਨੀ ਜੀ ਦਾ ਸੀਗਾ, ਤੁਸੀਂ ਕਈ ਜਾਣਦੇ ਆ ਸਾਰੇ। ਕਹਿੰਦੇ ਵਿਚਾਰਿਆਂ ਨੂੰ ਦੱਸ ਦਈਏ। ਗੱਡੀ ਖੜ੍ਹਦੀ ਬਾਬਾ ਜੀ ਦਾ ਵਚਨ ਹੈ, ਬਾਬਾ ਆਨੰਦ ਸਿੰਘ ਮਹਾਰਾਜ ਜੀ। ਬਾਬਾ ਜੀ ਕਹਿੰਦੇ ਦੱਸਣ ਦੀ ਲੋੜ ਨਹੀਂ, ਇਹ ਗੁਰਦੁਆਰੇ ਜਾਣ ਵਾਲੇ ਬੰਦੇ ਨਹੀਂ ਹੈ। ਇਹ ਭੁੱਕੀ, ਡੋਡੇ, ਬੀੜਾ, ਸਿਵਟਾਂ, ਇਹ ਚੰਡਾਲ ਚੌਂਕੜੀ ਦੇ ਵਿੱਚ ਇਹਨਾਂ ਨੂੰ ਸਜ਼ਾ ਦਿੱਤੀ ਹੈ ਵੀ ਚੰਗਾ ਲੋਸ ਦੀ ਰਾਤ ਨੂੰ ਬੈਠੇ ਰਹੋ। ਫਿਰ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ। ਇਹ ਗੁਰਦੁਆਰੇ ਜਾਣ ਵਾਲੇ ਬੰਦੇ ਨਹੀਂ ਹੈ। ਗੁਰਦੁਆਰੇ ਅਸੀਂ ਜਾਣਾ ਨਹੀਂ, ਐਂ ਸਾਰੀ ਰਾਤ ਬੈਠੇ ਰਹਿਣਾ। ਕਈ ਪਸ਼ੂਆਂ ਨੂੰ ਮੋੜਨ ਵਾਸਤੇ ਬਹਿ ਜਾਂਦੇ ਆ, ਸਾਰੀ ਰਾਤ ਪਸ਼ੂਆਂ ਦੇ ਢੱਠਿਆਂ ਦੇ ਮੋੜ ਵਿੱਚ ਖੜ੍ਹੇ ਰਹਿੰਦੇ ਆ। ਗੁਰਦੁਆਰੇ ਹੁਕਮਾਂ ਨਹੀਂ ਸੁਣਨਾ, ਮੱਥਾ ਨਹੀਂ ਟੇਕਣਾ, ਮੱਥਾ ਨਹੀਂ ਟੇਕਣਾ। ਇਸ ਕਰਕੇ ਸਾਧ ਸੰਗਤ ਬਾਬੇ ਆਦਮ ਵੱਲ ਭੇਜਿਆ। ਬਾਬਾ ਬੁੱਢਾ ਜੀ ਗਏ। ਬਾਬਾ ਜੀ ਉਹਦੇ ਕਮਰੇ ਵਿੱਚ ਗਏ ਜਿੱਥੇ ਕੁੱਲੀ ਬਣੀ ਸੀ ਕਾਨਿਆਂ ਦੀ। ਉੱਥੇ ਗੁਰਮੁਖ ਕੁੱਲੀ ਗਈ ਹੈ ਨਾ, ਬਾਂਸ ਸੀ ਲੌਂਕਣ। ਕਿਉਂ? ਮੀਂਹ ਪੈਂਦਾ ਸੀ, ਲੱਕੜਾਂ ਗਿੱਲੀਆਂ ਸੀ। ਬਾਬੇ ਆਦਮ ਨੇ ਆਈ ਮੌਜ ਫਕੀਰ ਦੀ, ਗਿਆ ਝੂਪੜੀ ਫੂਕ। ਬਾਬੇ ਆਦਮ ਨੇ ਆਪਣੇ ਕੁੱਲੀ ਦੇ ਵਿੱਚੋਂ ਸੁੱਕੇ ਸੁੱਕੇ ਕਾਨੇ ਕੱਢ ਕੇ ਤੇ ਸਾਰੇ ਤਾਣੇ ਧੂਣੀਆਂ ਦਿਖਾ ਦੀਆਂ। ਇਹ ਸਾਧ ਸੰਤ ਕਿਰਪਾ ਹੈ। ਉਸ ਟਾਈਮ ਤੇ ਬਾਬਾ ਆਦਮ ਜਦੋਂ ਕੀ ਕਰਦਾ ਸੀ, ਫਿਰ ਕਈ ਥਾਈਂ ਗਿਆ, ਲੰਗਰ 'ਚ ਗਿਆ, ਲੰਗਰ 'ਚ ਵੀ ਨਾ ਹੈ। ਬਾਬਾ ਆਦਮ ਕਿੱਥੇ? ਸਰੋਵਰ ਦੀ ਪਰਿਕਰਮਾ ਤੇ ਸੀ। ਕਹੀ ਹੱਥ 'ਚ ਸੀ ਤੇ ਟੋਕਰੇ ਵਿੱਚ ਬੋਰਾ ਸਿੱਟ ਕੇ, ਜਿਹੜੇ ਰਾਤ ਦੇ ਸਵਾਹ ਦੇ ਢੇਰ ਸੀ ਉਹ ਚੱਕ ਕੇ ਬਾਹਰ ਸਿੱਟ ਰਿਹਾ ਸੀ। ਬਾਬਾ ਬੁੱਢਾ ਜੀ ਕਹਿਣ ਲੱਗੇ, ਬਾਬਾ ਆਦਮ, ਰਾਤ ਦੀ ਸੇਵਾ ਨੇ ਦਰਗਾਹ ਵਿੱਚ ਧੁੰਮਾਂ ਪਾਤੀਆਂ ਤੇਰੀ ਸੇਵਾ ਲਈ। ਸਤਿਗੁਰੂ ਬੜੇ ਠੰਡ ਵਿੱਚ ਖੜੇ ਐ ਤੇ ਤੈਨੂੰ ਡੀਕ ਰਹੇ ਆ। ਬਾਬੇ ਆਦਮ ਨੇ ਆਖਿਆ, ਮੈਂ ਕਿਹੜਾ ਕਿਤੇ ਜਾਣਾ ਹੈ, ਮੈਂ ਹਜੇ ਇਸ਼ਨਾਨ ਨਹੀਂ ਕੀਤਾ, ਲਿਬੜੇ ਪਏ, ਭਿੱਜਿਆ ਪਿਆ, ਮੈਂ ਗੁਰੂ ਦੇ ਦਰਸ਼ਨਾਂ ਦੇ ਲਾਇਕ ਦਾ ਨਹੀਂ ਹੈ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸੀ। ਬਾਬਾ ਜੀ ਕਹਿੰਦੇ, ਨਹੀਂ, ਜਦੋਂ ਗੁਰੂ ਯਾਦ ਕਰੇ ਨਾ, ਪਿਸਤੌਲ ਦੀ ਗੋਲੀ ਵਾਂਗੂ ਨਿਕਲਣਾ ਚਾਹੀਦਾ। ਇਉਂ ਆਖਿਆ, ਜਿਵੇਂ ਵੀ ਹੋਵੇ। ਬਾਬਾ ਆਦਮ ਜੀ ਜਾ ਕੇ ਖੜ ਗਏ ਹੱਥ ਜੋੜ ਕੇ। ਸਤਿਗੁਰ ਕਹਿਣਗੇ, ਬਾਬਾ ਆਦਮ ਆ ਵੇਖੋ, ਤੂੰ ਧੰਨ ਹੈ, ਆਹ ਸਾਰੀ ਸੰਗਤ ਤੇਰੀ ਸਿਫਾਰਿਸ਼ ਕਰਦੀ ਹੈ, ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਬਾਬਾ ਆਦਮ, ਅੱਜ ਜੋ ਕੁਛ ਮੰਗਣਾ ਮਰਜ਼ੀ ਮੰਗ ਲਾ, ਕੁਛ ਮਰਜ਼ੀ ਮੰਗ ਲਾ। ਬਾਬੇ ਆਦਮ ਦੀ ਉਮਰ ਸੀ 48 ਸਾਲ। ਬਾਬੇ ਆਦਮ ਨੇ ਘੇਰੇ 'ਚ ਖੜਾ ਸੀ, ਸੰਗਤਾਂ ਹੋਰ ਬਹੁਤ, ਚਿੱਟਾ ਦਾੜਾ ਸੀ, ਫੁਰਨਾ ਬਣ ਗਿਆ ਸੀ, ਪੁੱਤਰ ਦੀ ਦਾਤ ਮੰਗੀਏ। ਫੇਰ ਫੁਰਨਾ ਬਣਿਆ, ਜੇ ਕਹਿਤਾ ਮੁੰਡਾ ਹੈ ਨਹੀਂ, ਉਮਰ ਬਹੁਤ ਆ, 50 ਦੇ ਨੇੜੇ। ਸੰਗਤ ਤੱਕ ਤੇ ਹਾਸੀ ਨਾ ਬਹਿਣ ਵੀ ਬੜਾ ਕੀ ਕਹਿੰਦਾ। ਬਾਬਾ ਆਦਮ ਚੁੱਪ ਕਰ ਗਿਆ। ਦੂਜੀ ਵੇ ਹਜ਼ੂਰ ਕਹਿੰਦੇ, ਚੁੱਪ ਕਿਉਂ ਕਰ ਗਿਆ? ਅਸੀਂ ਤੇਰੇ ਤੇ ਤੁੱਠੇ, ਜੋ ਕੁਛ ਮਰਜ਼ੀ ਮੰਗ ਲਾ। ਇਉਂ ਆਖਿਆ। ਬਾਬਾ ਆਦਮ ਫੇਰ ਵੇਖਿਆ, ਫੇਰ ਚੁੱਪ ਕਰ ਗਿਆ। ਸਤਿਗੁਰ ਕਹਿੰਦੇ, ਬਾਬਾ ਆਦਮ, ਜੇ ਤੈਨੂੰ ਮੰਗ ਨਹੀਂ ਨਾ ਯਾਦ ਤੇ ਜੇ ਘਰ ਵਾਲੀ ਨੇ ਰਹਿ ਕਰਿਆ। ਕਿੰਨਾ ਤੁੱਠਾ, ਇਹੋ ਜਿਹਾ ਕੋਈ ਰੱਬ ਹੋਣਾ? ਰਹਿ ਕਰਿਆ। ਤੇ ਬਾਬਾ ਆਦਮ ਗਿਆ, ਉਹ ਭਾਂਡੇ ਮਾਂਜਦੀ ਸੀ ਵਿਚਾਰੀ। ਕਹਿੰਦਾ, ਗੁਰੂ ਸਾਹਿਬ ਪੁੱਛਦੇ ਆ ਵੀ ਤੇਰੀ ਸੇਵਾ ਰਾਤ ਦੀ ਡਾਂਕਾ ਖੜਕਿਆ ਕਿ ਦਰਗਾਹ ਦੇ ਵਿੱਚ ਨਗਾਰਾ, ਵੀ ਅਸੀਂ ਖੁਸ਼ ਹਾਂ, ਕੁਛ ਮੰਗ ਲਾ। ਮਾਤਾ ਕਹਿਣ ਲੱਗੀ, ਫਿਰ ਇੱਧਰ ਨੂੰ ਕੀ ਲੈਣ ਆਇਆ? ਮੂਹਰੇ ਦੁਪੱਟਾ ਵਿਛਾ ਦੇਣਾ ਸੀ, ਵੀ ਸਿੱਟਦਾ ਮੁੰਡਾ ਝੋਲੀ 'ਚ। ਸਿੱਟਦਾ ਮੁੰਡਾ ਝੋਲੀ 'ਚ। ਕਹਿੰਦਾ, ਮੈਂ ਸ਼ਰਮ ਮੰਨੀ। ਕਹਿੰਦੀ, ਮੈਂ ਚੱਲਦੀ। ਇਹ ਸ਼ਰਮ ਵਾਲੀ ਕਿਹੜੀ ਗੱਲ ਆ? ਉਤਰੇ ਨਖੱਤਰੇ ਰੋਤ ਕਹੀ ਜਾਂਦੇ ਲੋਕ, ਚੱਲ ਮੈਂ ਚੱਲਦੀ ਐ। ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਆਦਮ ਰਾਏ ਕਰਿਆ। ਮਾਤਾ ਬੋਲੀ, ਪਾਤਸ਼ਾਹ ਰਾਏ ਕਿਹਦੇ ਨਾਲ ਕਰਨੀ? ਤੇਰਿਆਂ ਦੀ ਤੈਨੂੰ ਲਾਜ। ਉਤਰੇ ਨਖੱਤਰੇ ਜਾ ਰਹੇ ਆ। ਜੇ ਤੂੰ ਤੁੱਠਾ, ਕਿਰਪਾ ਨਿਦਾਨ ਤੇ ਮਿਹਰ ਕਰਦੇ, ਫਿਰ ਇੱਕ ਪੁੱਤਰ ਦੀ ਦਾਤ ਬਖਸ਼ ਦੇ। ਇਉਂ ਆਖਿਆ। ਸਤਿਗੁਰ ਕਹਿਣਗੇ, ਬਾਬਾ ਆਦਮ, ਮੰਗ ਵੱਡੀ ਮੰਗ ਲਈ ਹੈ,
पुत्र तेरे कर्मां च नहीं है। माता कहने लगी पातशाह साडा तो फुरना भी नहीं सी, फुरना यही सेवा करके ते शरीर छड्डण, तुसी फुरना बनाया। फिर बाबा बुढ़ा जी ने सिफारिश लाती ब्रह्म ज्ञानी की सिफारिश न, ते कहंदे कोई पुन एक भी पुन ना होवे तो तां भी सचखंड पहुँचा दी सिफारिश में बाबा नंद सिंह वर्गे महापुरख दी। ते बाबा जी कहने लगे बाबा बुढ़ा जी पातशाह घर तां तेरे सब कुछ है, तेरे घरे की नहीं है, कर दो कृपा विचारे ते। सतगुर उठे हो के कहते बाबा आदमा साढ़े 3 बेटे है, बड़ा पिरथी चंद है, दूजा महादेव, तीजे अर्जन देव है, चौथे पुत्र ने साढ़े घरे जन्म लेना सी 1 साल दे अंदर, ते असी निरंकार कोले अरदास करती है जा बाबा आदम जेड़ा मेरे घरे जन्म लऊगा वो तेरे घरे जन्म लऊगा जा। आख्या सतगुरां ने तेरे पोते 2 होणगे। मोहरां लातियां सतगुरु पातशाह जी ने। बाबा आदम जी नज़र ही नज़र निहाल होया, इत्थे तुरे फिरदे खुरवड करदे लोकां दे, उत्थे कबरां कुबरां ते जाने बुरा हाल है, लैना लग जांदियां वीरवार नूं। ओह प्रेत हुंदा एक, बस सौ एक कल्ला की कर दूँ सारियां नूं तुहानूं। गुरु साहब कोले 1.25 लाख शहीद है, बाबे नानक कोले 1.25 लाख, 33 करोड़ देवते की शक्ति है बाबा नानक जी दे कोले, 33 करोड़ देवता है। इस करके 1.25 लाख शहीद सारियां पातशाहियां दे नाल है। शहीद आ शहीदी फौजां जिहड़ियां धरती ते नहीं तुरदियां, पौण सवार हुंदियां, वो ब्रह्म ज्ञानी रिद्धि सिद्धि ब्रह्म ज्ञानी, उन्हां कोले पानी भरदियां महापुरखां कोले रिद्धियां सिद्धियां हथ जोड़ के खड़ियां, दसी दसी नामिया तेरा केड़ा काम करिए, दसी नामिया। नाम दे बढ़ गया मंदिर दे विच, ते ओह नामदेव ना वो आपदे सलीवटी वजाउण लग गया। पंडित तो पहले ही गुस्सेखोरी सी, उन्होंने आख्या कित्थों ये सूदर आ गया, आपां नूं काहनूं वड़ दिंदे सी जट्टां नूं सारिआं नूं होरनां नूं। उन्होंने नामदेव दे मारे शीमे दे कसौंग ते साध संगत नामदेव रोंदा मंदिर दे मगरले पासे जाके बह गया ते साथ भगवान प्रगट हो गए। कहते भगता क्यों रोना है? कहते रोना तेरे दर्शनां नूं है। कहते कर ला दर्शन। कहते ऐ नहीं, तू मंदिर च बैठा होवें ते मैं सामने बैठा तेरे दर्शन करा। भगवान कहते आ जा आया कर रहा। कहते क्यों? फिर कोल खुल पोनी है, अगे कुटिया उन्होंने, मैं नहीं इथों उठना, जे तू भगवान इत्थे ही दर्शन दे। भगवान ने एडा विराट शरीर बना लिया, बना के तेरा मंदिर का गेड़ा लिया। असीं वेख के आए वो मंदिर, उत्थे साडे नाल गए भैगम भी हजे, वो वेख के जो मंदिर का गेड़ा आया ना, पंडित ढोलका ढालका छड़ के जल्ड जल्ड करते भज्जे गए। कहते भुचाल आ गया। ते नामदेव वालों ऐन हुण भी मंदिर का मूँह उवें कीता वा, शिवजी वालों सारे मंदिरों के मूँह ना दुनिया के मंदिर जिन्हें हिंदू धर्म के चढ़ती वाले पासे आ, वो एक जिथे नामदेव बैठा वो मंदिर का मूँह शिवजी वाले पासे बैठा। ते भगवान कहते नाम मंदिर विच बह गए। बह के ते नामदेव नूं ना की कहते दसी दसी नामिया तेरा केड़ा काम करिए, दसी दसी नामिया
ਤੇਰਾ ਕਿਹੜਾ ਕੰਮ ਕਰੀਏ ਦੱਸੀ ਦਸੀ ਦਸੀ ਨਾਮਿਆ ਤੇਰਾ ਕਿਹੜਾ ਕੰਮ ਕਰੀਏ 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 ਦਸੀ ਦਸੀ ਨਾਮਿਆ 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 ਤੇਰਾ ਕਿਹੜਾ ਕੰਮ ਕਰੀਏ ਸੰਤਾਂ ਕੇ ਕਾਰਜ ਸੰਤਾਂ ਕੇ ਸੰਤ ਕਿਹੜੇ ਜਿਨ੍ਹਾਂ ਤੇ ਮੋਹਰ ਲਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਸਮੇਂ ਦੀ ਸਕੋਚ ਹੈ ਭੋਗ ਕਹਿੰਦੇ ਸੀ ਪਾ ਦਿਓ ਸੰਗਤ ਵਧਾ ਦਿਓ ਫਿਰ ਢਹਿ ਵੀ ਜਾਵੜੋ ਢਹਿ ਵੀ ਤੇ ਇਸ ਕਰਕੇ ਸਾਧ ਸੰਗਤ ਬਾਬਾ ਜੀ ਦੀ ਮਿਹਰ ਹੈ ਬਾਬਾ ਜੀ ਦੁਆਨ 'ਚ ਬੈਠੇ ਸੀ ਫਿਰੋਜ਼ਪੁਰ ਦਾ ਡਾਕਟਰ ਇੱਕ ਨਾ ਜਦੋਂ ਗਰੀਬ ਨਵਾਜ਼ ਬਚਨ ਕਰਦੇ ਸੀ ਉਹ ਲਿਖਦਾ ਸੀ ਹਜ਼ੂਰ ਨੇ ਜਦੋਂ ਪੱਤਰਾ ਲੱਦਿਆ ਨਾ ਖੜਕਾ ਹੋਇਆ ਉਹ ਤਾਂ ਪਤਾ ਹੀ ਸੀ ਬਾਬਾ ਜੀ ਨੂੰ ਫਿਰ ਵੀ ਭੌਂ ਕੇ ਵੇਖਿਆ ਬਾਬਾ ਜੀ ਕਹਿੰਦੇ ਡਾਕਟਰ ਜੀ ਕੀ ਕਰਦੇ ਕਹਿਣ ਲੱਗੇ ਜੀ ਤੁਹਾਡੇ ਬਚਨ ਲਿਖਦੇ ਬਾਬੇ ਭਰਿਆ ਇਹ ਕੀ ਕਰੇਗਾ ਕਹਿਣ ਲੱਗਾ ਜੀ ਜਦੋਂ ਤੁਹਾਡਾ ਜੀਵਨ ਲਿਖਿਆ ਨਾ ਉਹਦੇ ਬਚਨ ਵਿੱਚ ਪਾਊਂਗਾ ਜਿਹੜਾ ਪੜੂਗਾ ਉਹਦਾ ਵੀ ਜੀਵਨ ਬਣ ਜਾਊਗਾ ਇਉਂ ਆ ਕੇ ਬਾਬਾ ਜੀ ਕਹਿੰਦੇ ਡਾਕਟਰ ਜੀ ਤੂੰ ਸਾਡਾ ਜੀਵਨ ਆ ਹਰੇਕ ਮਹਾਂਪੁਰਖ ਕਿੱਥੇ ਕਹਿ ਸਕਦੇ ਹਰੇਕ ਮਹਾਂਪੁਰਖ ਤੀਜੇ ਦਿਨ ਮੈਦਾਨ ਜਾਣਾ ਚੌਥੇ ਦਿਨ ਨਹਾਉਣਾ ਤੇ ਸਾਧ ਸੰਗਤ ਕੀ ਕਿ ਬਾਬਾ ਜੀ ਕਹਿੰਦੇ ਡਾਕਟਰ ਜੀ ਤੂੰ ਸਾਡਾ ਜੀਵਨ ਕਿੱਥੇ ਦੇਖ ਸਕਦਾ ਹੈ ਕੀ ਆਖਿਆ ਕਹਿੰਦੇ ਸਾਡਾ ਜੀਵਨ ਆਓ ਸਾਹਮਣੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ ਹੈ ਇਉਂ ਆਖਿਆ ਲਿਖਿਆ ਪਿਆ ਹੈ ਸਾਨੂੰ ਦਵਾਈਆਂ ਬਹੁਤ ਦਿੰਦੇ ਵੀ ਪੇਟ ਹੌਲਾ ਹੋ ਜੇ ਢਿੱਡ ਮਾਏ ਨਹੀਂ ਹੌਲਾ ਹੁੰਦਾ ਇਹ ਆਦਾ ਬਾਬਾ ਜੀ ਦੀ ਕਿਰਪਾ ਹੀ ਜ਼ਿਆਦੇ ਹੈ ਹੌਸਲਾ ਵੀ ਹੁੰਦਾ ਪਤੀ ਦਾ ਇਸ ਕਰਕੇ ਸੁੱਕੀ ਲੱਕੜ ਵਰਗਾ ਤਾਂ ਹੀ ਹੁੰਦਾ ਜੇ ਘਰ 'ਚ ਲੜਾਈ ਹੈ ਜੇ ਬਾਹਰੋਂ ਲਿਆ ਸਮਾਨ ਭਰੇ ਪਏ ਸਾਰੇ ਖਾਨੇ ਉਹ ਬਾਬਾ ਜੀ ਦੀ ਕਿਰਪਾ ਵਰਤਦੀ ਹੈ ਬਾਬਾ ਜੀ ਕਹਿੰਦੇ ਤੂੰ ਸਾਡਾ ਜੀਵਨ ਕੀ ਲਿਖਦਾ ਸਾਡਾ ਜੀਵਨ ਉਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨਮੰਤ ਧਨ ਸਸੇਈ ਨਾਨਕਾ ਪੂਰਨ ਸੋਈ ਸੰਤੋ ਮਹਾਂਪੁਰਖ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਵਿੱਚ ਤਾਲ ਸੁਹਾਵਾ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਓ ਜਨ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਚਿੱਤ ਬਨਾਸੀ ਜਸ ਵੇਦ ਪੁਰਾਨੀ ਗਾਇਆ ਆਪਣਾ ਵਿਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਤੇਰੀ ਜੈ ਜੈਕਾਰ ਹੋ ਰਹੀ ਹੈ ਅੱਜ ਆਓ ਭਾਗਾਂ ਵਾਲੇ ਆ ਆਪਣੀਆਂ ਜਿੰਨੀਆਂ ਵੀ ਘੜੀਆਂ ਸੁਬਾਹ ਦੇ ਬੈਠੇ ਆ ਉਹ ਦਰਗਾਹ ਵਿੱਚ ਗੁਰੂ ਨਾਨਕ ਦੀ ਸੋਨੇ ਦੀ ਗੋਲਕ ਵਿੱਚ ਜਮ੍ਹਾਂ ਹੋ ਗਈਆਂ ਹੈ ਤੁਸੀਂ ਬੜੇ ਭਾਗਾਂ ਵਾਲੇ ਆ ਇਸ ਕਰਕੇ ਮੈਂ ਉੱਤੋਂ ਨਹੀਂ ਕਹਿੰਦਾ ਉੱਤੋਂ ਕਹਿਣਾ ਮਹਾਪਾਪ ਹੈ ਸਤਿਗੁਰੂ ਬੈਠੇ ਹਾਜ਼ਰ ਨਾਜ਼ਰ ਸੁਰਤੀ ਜੁੜੀ ਦੀ ਗੱਲ ਹੈ ਮਾੜੇ ਮੋਟੇ ਸਾਧੂ ਐਵੇਂ ਟਪਲਾ ਮਾਰੀ ਜਾਣਗੇ ਤੂੰ ਆਇਆ ਉਹ ਆ ਜਾਓ ਹੈ ਇਸ ਕਰਕੇ ਨਹੀਂ ਨਾਮ ਦੀ ਗੱਲ ਹੈ ਇਸ ਕਰਕੇ ਆਓ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਮਾਘ ਦਾ ਮਹੀਨਾ ਹੈ ਬਾਬਾ ਜੀ ਦਾ ਰਸਨਾ ਦਾ ਵਚਨ ਹੈ ਜੋ ਵੀ ਬਾਬਾ ਜੀ ਵਚਨ ਕਰਦੇ ਉਹ ਦਰਗਾਹ ਦੇ ਵਿੱਚੋਂ ਕਰਦੇ ਹੈ
ਬਾਬਾ ਜੀ ਦਰਗਾਹ ਹੀ ਹੈ, ਆਪਣੇ ਬਾਬਾ ਜੀ ਦਰਗਾਹ ਚੱਲਦੀ ਹੈ। ਨਹੀਂ ਸਾਧੂ ਬਹੁਤ ਹੈ, ਕਿਸੇ ਦੀ ਹਰਿਆਣੇ 'ਚ ਚੱਲਦੀ ਹੈ, ਕਿਸੇ ਦੀ ਪੰਜਾਬ 'ਚ ਚੱਲਦੀ ਹੈ, ਕਿਸੇ ਦਿੱਲੀ ਚੱਲਦੀ, ਦਿੱਲੀੋਂ ਗਾਹ ਨਹੀਂ ਕਿਸੇ ਦੀ ਚੱਲਦੀ ਤਾਂ ਬਾਬਾ ਜੀ ਦੀ ਚੱਲਦੀ, ਆਪਣੇ ਬਾਬਾ ਆਨੰਦ ਸਿੰਘ ਦੀ। ਇਸ ਕਰਕੇ ਆਓ, ਵੱਡੇ ਭਾਗਾਂ ਵਾਲੀ ਸੰਗਤ ਹੈ। ਮਾਘ ਦਾ ਮਹੀਨਾ, ਸਾਰੇ ਠਾਠਾਂ ਵਿੱਚ ਭੋਰੇ ਬਣੇ, 14 ਥਾਈਂ ਬਾਬਾ ਦੀ ਮਿਹਰ ਨਾਲ ਦਰੋਜ਼ ਦੇ ਦਰਸ਼ਨ ਹੁੰਦੇ ਆ 14 ਸਥਾਨਾਂ 'ਤੇ। ਹਰਿਆਣੇ 'ਚ ਵੀ ਇਹ ਕੱਲ੍ਹ ਜਾ ਕੇ ਆਏ ਗੁਰੂ ਪਿਆਰੇ, ਉੱਥੇ ਵੀ ਵੱਡੇ ਵੱਡੇ ਭੋਰੇ ਬਣੇ। ਬੇਗਮ ਬਾਬਾ ਦੀ ਮਿਹਰ ਹੈ, ਐ ਨਹੀਂ ਹੈ ਵੀ ਕਿਤੋਂ ਮੰਗਦੇ ਫਿਰਨਗੇ, ਗੁਰੂ ਦੀ ਮਿਹਰ ਹੈ। ਜਦ ਇੱਥੇ ਨਹੀਂ ਰੁਲ ਸਕਦੇ, ਦਰਗਾਹ 'ਚ ਕਿਵੇਂ ਰੁਲਣਗੇ? ਇਹ ਬਾਬਾ ਜੀ ਦੀ ਕਿਰਪਾ ਹੈ। ਇਸ ਕਰਕੇ ਸਾਧ ਸੰਗਤ ਸਾਰੇ ਥਾਈਂ, ਚਾਹੇ ਪੀਰ ਸਾਹਿਬ ਹੈ ਜਾਂ ਖੰਨੇ ਹੈ, ਜਿੱਥੇ ਵੀ ਹੈ ਬਾਬਾ ਦੀ ਮਿਹਰੀ ਹੈ। ਸਾਰੇ ਥਾਈਂ ਹਾਰੀ ਭਰੋ, ਨਾਲੇ ਨਿਤਨੇਮ ਕਰੋ, ਬੇਗਮਾਂ ਨਾਲ ਮਿਲ ਕੇ ਸਾਰੇ ਕੀਰਤਨ ਵਿੱਚ ਦੱਬ ਕੇ ਬੋਲੋ, ਤੇ ਟਿੱਬਿਆਂ ਦੇ ਪਾਣੀ ਚੜ੍ਹ ਜੂ, ਸੁੱਕੇ ਖੇਤ ਹਰੇ ਹੋ ਜਾਣਗੇ। ਹੁਣ ਸਾਨੂੰ ਸਮਾਂ ਮਿਲਿਆ ਹੈ, ਇਸ ਕਰਕੇ ਪਹਿਰਾ ਦਿਓ, ਬਚਨ ਸੁਣਾਂਗੇ, ਕਮਾਈ ਕਰਾਂਗੇ, ਕੀ ਮਿਲੇਗਾ? ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਬਾਬਾ ਆਦਮ ਸ੍ਰੀ ਅੰਮ੍ਰਿਤਸਰ ਤੋਂ ਗੁਰੂ ਰਾਮਦਾਸ ਤੋਂ ਖੁਸ਼ੀਆਂ ਲੈ ਕੇ ਜਦੋਂ ਘਰ ਨੂੰ ਗਿਆ ਤੇ ਬਾਬਾ ਜੀ ਪੜ੍ਹਦੇ ਜਾਂਦੇ ਹੈ, ਨਾਲੇ ਉਹਦੇ ਘਰ ਵਾਲੀ ਜਾਂਦੀ ਹੈ, ਉਹ ਪੜ੍ਹਦੇ ਜਾਂਦੇ ਗੁਰੂ ਨਾਨਕ ਦੇ ਦਰਬਾਰ। ਖੁਸ਼ੀਆਂ ਨਿਤ ਨਵੀਆਂ ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਪੜ੍ਹੋ 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 ਸਾਰੇ ਪੜ੍ਹੋ। ਖੁਸ਼ੀਆਂ ਨਿਤ ਨਵੀਆਂ ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਖੁਸ਼ੀਆਂ ਨਿਤ ਨਵੀਆਂ, 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 ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਬਾਬਾ ਜੀ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਖੁਸ਼ੀਆਂ ਨਿਤ ਨਵੀਆਂ, 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 ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਗੁਰੂ ਨਾਨਕ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਮੇਰੇ ਸਾਈਂ ਦੇ ਦਰਬਾਰ, ਖੁਸ਼ੀਆਂ ਨਿਤ ਨਵੀਆਂ। ਬਚ ਲਵੋ ਮਹਾਰਾਜ ਨੂੰ, ਬਚ ਲਵੋ ਮਹਾਰਾਜ ਨੂੰ, ਬਚ ਲਵੋ। ਬਖਸ਼ ਲਵੋ ਮਹਾਰਾਜ ਸਾਨੂੰ, ਬਖਸ਼ ਲਵੋ। ਬਖਸ਼ ਲਵੋ ਮਹਾਰਾਜ ਸਾਨੂੰ, ਬਖਸ਼ ਲਵੋ। ਬਚ ਲੋ ਮਹਾਰਾਜ ਸਾਨੂੰ, ਬਚ ਲੋ
ਬਖਸ਼ ਲਵੋ ਮਹਾਰਾਜ ਸਾਨੂੰ ਬਖਸ਼ ਲਵੋ ਮਹਾਰਾਜ ਸਾਨੂੰ ਬਖਸ਼ ਲਵੋ ਅੰਮ੍ਰਿਤ ਵੇਲੇ ਉੱਠਾਂਗੇ ਅੰਮ੍ਰਿਤ ਵੇਲੇ ਉੱਠਾਂਗੇ ਅੰਮ੍ਰਿਤ ਵੇਲੇ ਉਠਾਂਗੇ ਅੰਮ੍ਰਿਤ ਵੇਲੇ ਉਠਾਂਗੇ ਤੜਕੇ ਅੰਮ੍ਰਿਤ ਵੇਲੇ ਉਠਾਂਗੇ ਅੰਮ੍ਰਿਤ ਵੇਲੇ ਉਠਾਂਗੇ ਅੰਮ੍ਰਿਤ ਵੇਲੇ ਉੱਠਾਂਗੇ ਆਗੇ ਅੰਮ੍ਰਿਤ ਵੇਲੇ ਉਠਾਂਗੇ ਅੰਮ੍ਰਿਤ ਚਲੋ ਮਹਾਰਾਜ ਨੂੰ ਬਚ ਲਵੋ ਮਹਾਰਾਜ ਨੂੰ ਬਚ ਲਵੋ ਮਹਾਰਾਜ ਸਾਨੂੰ ਬਖਸ਼ ਲਵੋ ਮਹਾਰਾਜ ਸਾਨੂੰ ਬਖਸ਼ ਲਵੋ ਨਾਮ ਤੇਰਾ ਨਿਰੰਕਾਰ ਸਤਿਗੁਰ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਜੀ ਤੇਰਾ ਨਿਰੰਕਾਰ ਸਤਿਗੁਰ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਜੀ ਸਤਿਗੁਰ ਨਾਨਕ ਜੀ ਸਤਿਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਸਤਿਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਤੇਰਾ ਨਿਰੰਕਾਰ ਸਤਿਗੁਰ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ ਨਾਮ ਤੇਰਾ ਨਿਰੰਕਾਰ ਸਤਿਗੁਰ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਬੜਾਏ ਗੁਰ ਪ੍ਰਸਾਦ ਨਾਨਕ ਮਤ ਪਾਈ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਮਾਘ ਦੇ ਮਹੀਨੇ ਰੋਜ਼ ਪਾਠ ਕਰਿਆ ਕਰੋ ਨਾਮ ਜਪਿਆ ਕਰੋ
ਸੇਵਾ ਸਿਮਰ ਚਰਿਆ ਕਰੋ ਉਰੇ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।